हरियावली जिथे मेरा सतगुर बैठा आए, से जंत भये हरियावली। जिन्हें मेरा सतगुर दिखिया धन धन पिता धन धन कुल, धन धन सो जननी जिन गुरु जनिया माए। धन धन गुरु जिन हर नाम आराध्या, आप दरिया जिनी जिठा तिना लए छड़ाए। हर मेला हो सतगुर दया कर, जन नानक धोवै पाए। तेग बहादुर सिमरिया, घर नाम नित आवै ताए। सब थाई होए सहाय, तेग बहादुर सिमरिया, घर नाम नित आवै ताए। सब थाई होए सहाय। परम सन्मानयोग गुरदा गद्दी ते सुभाईमान यावर शादार ताकती दे मालक, याहराज होर हाजरा हजूर, दासा पातशाहियां दे आत्मिक स्वरूप। धन 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 साहिब सतगुरु श्री गुरु ग्रंथ साहिब महाराज पातशाह जी की पावन पवित्र हजूरी अंदर। धन धन बाबा भाई दयालु साहिब जी के पवित्र अस्थानां ते सत संगत रूप हो करके हाजरियां भर रहे गुरु प्यारेओ, गुरु सवारेओ, सत्कार सहित गुर फतेह प्रवान करो। आखो जी वाहिगुरु जी का खालसा, वाहिगुरु जी की फतेह। आप भागे हो सतगुरु गरीब नवाज सच्चे पातशाह जी ने अपनी पावन गोद अंदर सत संगत रूप हो करके बैठन का सुभाग समा बख्श किया है। अज का पावन पवित्र दिहाड़ा धन धन सतगुरु श्री गुरु नानक देव सच्चे पातशाह जी की पावन जोत के 9वें वारस धन धन साहिब सतगुरु श्री गुरु तेग बहादुर साहिब महाराज जी का 400 साला प्रकाश पुरब दिहाड़ा है। समूहियां संगतां नूं सतगुरु तेग बहादुर साहिब महाराज जी के 400 साला प्रकाश पुरब दिहाड़े दियां
ਲੱਖ ਲੱਖ ਵਧਾਈਆਂ ਹੋਣ। ਅੱਜ ਦੇ ਦੀਵਾਨ ਅੰਦਰ ਆਪਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਪਾਵਨ ਜੀਵਨ ਸਰਵਣ ਕਰਾਂਗੇ। ਇਕਾਗਰਤਾ ਬਣਾਇਓ ਤਾਂ ਕਿ ਇੱਕ ਇੱਕ ਬਚਨ ਸਰਵਣ ਕਰਕੇ ਲਾਹਾ ਪ੍ਰਾਪਤ ਕਰ ਸਕੀਏ। ਸਤਿਗੁਰਾਂ ਦਾ ਜੀਵਨ ਵਿਸ਼ਾਲ ਹੈ, ਬੇਅੰਤ ਹੈ, ਜੋ ਪੂਰਨ ਰੂਪ ਵਿੱਚ ਆਪਾਂ ਬਿਆਨ ਨਹੀਂ ਕਰ ਸਕਦੇ, ਪਰ ਫਿਰ ਵੀ ਸਤਿਗੁਰਾਂ ਦੇ ਕੁਝ ਗੁਣਾਂ ਨੂੰ ਗਾ ਕਰਕੇ ਆਪਣੇ ਜੀਵਨ ਨੂੰ ਸਵਾਰਨ ਦਾ ਆਪਾਂ ਯਤਨ ਕਰ ਸਕਦੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜਦੋਂ ਪਾਵਨ ਜੀਵਨ ਪੜ੍ਹਦੇ ਹਾਂ ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਲਿਖੀ ਹੋਈ ਪੌੜੀ ਸਾਹਮਣੇ ਆ ਜਾਂਦੀ ਹੈ। ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚਰਲੀ ਪੀੜੀ ਸੋਧੀਆਂ ਰੂਪ ਦਿਖਾਵਨ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਾਰੇ ਪੁਕਾਰੀ, ਪੁੱਛਣ ਸਿੱਖ ਅਰਦਾਸ ਕਰ ਛੇ ਮਹਿਲਾ ਤਕ ਦਰਸ ਨਿਹਾਰੀ, ਅਗਮ ਅਗੋਚਰ ਸਾਹਿਬੋ ਅਗਮ ਅਗੋਚਰ ਸਤਿਗੁਰੂ, ਬੋਲੇ ਮੁਖ ਤੇ ਸੁਨਹੁ ਸੰਸਾਰੀ, ਕਰਜੁਗ ਪੀੜੀ ਸੋਧੀਆਂ ਨਿਹਚਨ ਦੀਵ ਵਿਸਾਰ ਖਿਲਾਰੀ, ਯੁਗ ਯੁਗ ਸਤਿਗੁਰੂ ਧਰੇ ਅਵਤਾਰੀ। ਇਸ ਪੌੜੀ ਅੰਦਰ ਭਾਈ ਸਾਹਿਬ ਜੀ ਨੇ ਮੀਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਵੈਰੀਆਂ ਦੇ ਗਲ ਨੂੰ ਭੰਨਣ ਵਾਲਾ ਗੁਰੂ ਸੂਰਮਾ ਲਿਖਿਆ, ਵੱਡਾ ਯੋਧਾ ਲਿਖਿਆ ਤੇ ਨਾਲ ਲਿਖਿਆ ਪਰਉਪਕਾਰੀ। ਕਿਉਂਕਿ ਸਤਿਗੁਰਾਂ ਨੇ ਜਿਹੜੇ ਯੁੱਧ ਕੀਤੇ ਨੇ ਉਹ ਪਰਉਪਕਾਰ ਵਾਸਤੇ ਕੀਤੇ, ਆਪਣੇ ਕੋਈ ਨਿੱਜੀ ਸਵਾਰਥ ਵਾਸਤੇ ਨਹੀਂ, ਸੰਸਾਰ ਦੇ ਭਲੇ ਵਾਸਤੇ ਜ਼ੁਲਮ ਦਾ ਟਾਕਰਾ ਕਰਦਿਆਂ ਹੋਇਆਂ ਮਹਾਰਾਜ ਨੇ ਯੁੱਧ ਕੀਤੇ। ਇਸ ਕਰਕੇ ਪਰਉਪਕਾਰੀ ਸ਼ਬਦ ਸਤਿਗੁਰਾਂ ਨਾਲ ਜੁੜਦਾ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਪੰਜ ਸਾਹਿਬਜ਼ਾਦੇ, ਇੱਕ ਸਾਹਿਬਜ਼ਾਦੀ ਦਾ ਆਉਣਾ ਹੋਇਆ ਹੈ। ਵੱਡੇ ਨੇ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ, ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ, ਬਾਬਾ ਅਟਲ ਰਾਏ, ਬੀਬੀ ਵੈਰੋ ਜੀ, ਪਰ ਸਭ ਤੋਂ ਛੋਟੇ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਧਿਆਨ ਦੇਣਾ, ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉਹਨਾਂ ਦੀ ਵਡਿਆਈ ਤਾਂ ਮਾਪੀ ਤੋਲੀ ਜਾ ਹੀ ਨਹੀਂ ਸਕਦੀ, ਉਹਨਾਂ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਉਹਨਾਂ ਦਾ ਜੀਵਨ ਬਿਆਨ ਨਹੀਂ ਕੀਤਾ ਜਾ ਸਕਦਾ। ਉੱਥੇ ਮਾਤਾ ਨਾਨਕੀ ਜੀ ਜੋ ਸਤਿਗੁਰਾਂ ਦੇ ਮਹਿਲ ਨੇ, ਉਹਨਾਂ ਦਾ ਜੀਵਨ ਵੀ ਬੜਾ ਉਜੇਰਾ ਹੈ। ਇਤਿਹਾਸ ਪੜ੍ਹੀਏ ਤੇ ਪਤਾ ਲੱਗਦਾ ਹੈ ਕਿ ਮਾਤਾ ਨਾਨਕੀ ਜੀ ਦੇ ਪਰਥਾਏ ਇਤਿਹਾਸਕ ਗ੍ਰੰਥਾਂ ਵਿੱਚੋਂ ਜ਼ਿਕਰ ਮਿਲਦਾ ਹੈ ਕਿ ਉਹ ਪਤੀਵਰਤਾ ਧਰਮ ਦੇ ਵਿੱਚ ਪ੍ਰਪੱਕ ਨੇ ਅਤੇ ਉਹ ਦਲੇਰ ਸੁਭਾਅ ਦੇ ਨੇ, ਡਰਨ ਵਾਲੇ ਝੁਕਣ ਵਾਲੇ ਨਹੀਂ, ਅਤੇ ਉਹ ਬੰਦਗੀ ਵਾਲੇ ਪੱਖੋਂ ਵੀ ਸਭ ਤੋਂ ਉਚੇਰੇ ਨੇ। ਅੰਮ੍ਰਿਤ ਵੇਲੇ ਜਾਗਣਾ, ਇਸ਼ਰਾਨ ਕਰਨਾ, ਨਿਤਨੇਮ ਕਰਨਾ ਅਤੇ ਫਿਰ ਸਾਰੀ ਦਿਹਾੜੀ ਮੂਲ ਮੰਤਰ ਗੁਰਮੰਤਰ ਦਾ ਜਾਪ ਕਰਦਿਆਂ ਹੋਇਆਂ ਗੁਰੂ ਘਰ ਦੀ ਸੇਵਾ ਕਰਨੀ।
पर सेवा करदे हुए कदे ये नहीं सोचना कि मैं गुरु का महल, मैं वड्डा नहीं। गुरु की महल होंदिया होया भी जिवें बाकी संगत सेवा करती उसी तरह सेवा करो। ध्यान देने वाला वचन है, माता नानकी जी के गृह विखे पहला बाबा अटल राय जी का जन्म हो चुका सी, पर हुण एक होर वड्डी हस्ती का, भावें बाबा अटल राय जी बहुत महान हस्ती ने, बंदगी वाले ने। जदों बाबा अटल राय जी का जन्म होया सी, इतिहासकार लिखते हैं कि बाबा अटल राय जी ऐन मस्ती विच सन ते धन गुरु हरगोबिंद साहब ने उदों भी वचन किया कि ये समाधि लीन है, ये समाधि विच रहने वाला पुरख होवेगा। ते बाबे अटल राय की बड़ियां बरकतां होईयां। ये भी कहा सी बाबे अटल का मुंडारा स्थान सारियां तो ऊंचा होगा। अज बाबे अटल राय जी का स्थान सब तो ऊंचा वो सुशोभित है। समा बीतता गया, जो धन गुरु नानक देव साहब जी ने करनी नामे में 10 जामिया का जिक्र किया कि असी 10 जामे धारण करने। उन्होंने 10 जामिया के विचों 9वें जामे के संसार में आने का समा होया, अज का दिन आया। इतिहासकार लिखते हैं, मेरी पीर के मालक धन गुरु हरगोबिंद साहब जी के गृह विखे माता नानकी जी की कुखों 1678 बिक्रमी वैसाख वदी 5वीं मंगलवार का दिन सी। 11 अप्रैल 1621 ईस्वी का दिन सी। अज के दिन हुण भावें 11 अप्रैल नहीं, पर क्योंकि ਜਿਹੜੇ ਸਤਿਗੁਰਾਂ ਦੇ ਪੁਰਬ ਨੇ ਉਹ ਬਿਕਰਮੀ ਸੰਮਤ ਨਾਲ ਪਹਿਲਾਂ ਤੋਂ ਮਨਾਏ ਜਾਂਦੇ ਰਹੇ ਅਤੇ ਵਦੀ ਤੇ ਸੁਦੀ ਦੇ ਹਿਸਾਬ ਨਾਲ ਚੱਲਦੇ ਰਹੇ। ਵੈਸਾਖ ਵਦੀ 5ਵੀਂ ਨੂੰ ਹੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੁਰਬ ਆਉਂਦਾ ਹੈ। ਤੇ ਵੈਸਾਖ ਵਦੀ 5ਵੀਂ ਜਿਹੜੀ ਹੈ ਉਹ ਵੈਸਾਖ ਦੀ ਪੁੰਨਿਆ ਤੋਂ ਬਾਅਦ 5ਵੇਂ ਦਿਨ ਆਉਂਦੀ ਹੈ। ਪੁੰਨਿਆ ਲੰਘ ਚੁੱਕੀ ਹੈ। ਅੱਜ 5ਵਾਂ ਦਿਨ 27 ਤਰੀਕ ਨੂੰ पुनिया लगी। ध्यान दें, वैसाख वदी 5वीं को मंगलवार वाले दिन अमृत वेले श्री अमृतसर की धरती से जिथे गुरुद्वारा गुरु के महल साहब बनया है, उस पावन स्थान से सतगुरु तेग बहादुर साहब जी का अज के दिन प्रकाश होया है, जिन्हों 400 साल हो गए। तो अज 400 साल मना रहे हैं। इतिहासकार लिखते हैं, जदों धन गुरु तेग बहादुर साहब जी का प्रकाश होया, उस वेले पिता सतगुरु गुरु हरगोबिंद साहब जी सचखंड श्री हरमंदिर साहब विखे आसा की वार का कीर्तन सुन रहे थे। इसका मतलब है कि अमृत वेले प्रकाश होया, क्योंकि आसा की वार का कीर्तन अमृत वेले होता है। जदों आसा की वार का भोग पिया समाप्ति हुई तो एक सिख ने जाके बधाइयां दित्तियां। सच्चे पातशाह आप जी के घर साहिबजादा आया। धन गुरु हरगोबिंद साहब जी गुरसिखां नूं नाल लैकर के अपनी महिला में पहुंचे। वो महल से सतगुरां दे जिथे महाराज विराजते सन। सो गुरु प्यार वाली तां ही उन्होंने गुरु के महल कहा जाता है। सतगुरु जी चल करके गए। भाई विधि चंद साहब और होर सिख सतगुरां दे नाल गुरगलास पातशाही 6वीं दे विच बड़ा सुंदर वचन लिखिया। जदों महाराज ने जाकर के अपने साहिबजादे नूं वेखिया है तो सतगुरां ने दोवें हाथ जोड़ करके अपने साहिबजादे नूं मत्था टेक दिता। हुण ये पहली बार होया सी कोई बाप कोई पिता अपने पुत्र को मत्था टेके। ये तो हरामी वाली गल सी। तो उस वेले भाई साहब भाई विधि चंद साहब कहन लगे, महाराज ये तो अज अनोखा कौतुक होया, तुसीं इस नूं मत्था क्यों टेकिया? बाकी बात तुहाडे पुत्र ने।
ਉਹਨਾਂ ਦੇ ਜਨਮ ਵੀ ਹੁੰਦੇ ਰਹੇ, ਤੁਸੀਂ ਵੇਖਣ ਵਾਸਤੇ ਆਉਂਦੇ ਰਹੇ, ਖੁਸ਼ੀਆਂ ਮਨਾਉਂਦੇ ਰਹੇ। ਪਰ ਇਸ ਬਾਲਕ ਨਾਲ ਤੁਸੀਂ ਨਵੇਕਲਾ ਕਰਮ ਕੀਤਾ ਹੈ ਕਿ ਇਹਨਾਂ ਨੂੰ ਤੁਸੀਂ ਨਮਸਕਾਰ ਕੀਤੀ। ਕਾਰਨ ਕੀ ਹੈ? ਇਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਭਾਈ ਬਿਧੀ ਚੰਦ ਜੀ, ਇਹ ਕੁਝ ਕਥਾ ਹੈ, ਇਹ ਬਾਲਕ ਨੂੰ ਅਸੀਂ ਮੱਥਾ ਪੁੱਤਰ ਜਾਣ ਕੇ ਨਹੀਂ ਟੇਕਿਆ। ਇਹ ਬਾਲਕ ਨੇ ਅਸਲ ਵਿੱਚ ਗੁਰੂ ਨਾਨਕ ਦੀ ਗੱਦੀ ਦਾ ਵਾਸ ਚੱਲ ਗਿਆ। ਇਹਦੇ ਵਿੱਚ ਗੁਰੂ ਨਾਨਕ ਦੀ ਜੋਤ ਨੇ ਟਿਕਣਾ ਹੈ। ਇਹਨੇ ਇੰਨੇ ਵੱਡੇ ਕਾਰਜ ਕਰਨੇ ਨੇ ਜਿਹੜੇ ਕਾਰਜ ਕੋਈ ਹੋਰ ਨਹੀਂ ਕਰ ਸਕਦਾ। ਇਸ ਜਾਮੇ ਦੇ ਵਿੱਚ ਬੜੀ ਵੱਡੀ ਸ਼ਹਾਦਤ ਹੋਣੀ ਹੈ। ਸਮਾਂ ਬੀਤਦਾ ਗਿਆ, ਮੈਂ ਵਿਸਥਾਰ ਵੱਲ ਨਾ ਜਾਵਾਂ। ਗੁਰੂ ਪਿਆਰ ਵਾਲਿਓ, ਬਾਕੀ ਸਾਹਿਬਜ਼ਾਦਿਆਂ ਨਾਲ ਵੀ ਮਹਾਰਾਜ ਪਿਆਰ ਕਰਦੇ ਸਨ, ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਕੋਈ ਨਵੇਕਲਾ ਪ੍ਰੇਮ ਸੀ। ਸਤਿਗੁਰਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਮ ਤੇਗ ਬਹਾਦਰ ਰੱਖਣਾ ਕੀਤਾ ਹੈ। ਤੇਗ ਦਾ ਅਰਥ ਕਿਰਪਾਨ, ਬਹਾਦਰ ਦਾ ਅਰਥ ਬਹਾਦਰ। ਇਹ ਤੇਗ ਦਾ ਧਨੀ ਹੋਵੇਗਾ, ਇਹਦੀ ਤੇਗ ਜਦੋਂ ਚੱਲੂਗੀ ਇਹਦੇ ਅੱਗੇ ਕੋਈ ਟਿਕ ਨਹੀਂ ਸਕੇਗਾ। ਇੱਕ ਅਰਥ ਇਹ ਵੀ ਲਿਆ ਗਿਆ। ਦੂਜਾ, ਜਿੱਥੇ ਇਹ ਤੇਗ ਚਲਾਵੇਗਾ ਉੱਥੇ ਜੇ ਐਸਾ ਸਮਾਂ ਆਇਆ ਆਪਣੇ ਸੀਸ ਤੇ, ਆਪਣੇ ਗਲੇ ਤੇ ਕਿਤੇ ਤੇਗ ਦਾ ਵਾਰ ਖਾਣਾ ਪਿਆ ਤਾਂ ਉਦੋਂ ਵੀ ਇਹ ਘਬਰਾਵੇਗਾ ਨਹੀਂ, ਕਿਉਂਕਿ ਜਦੋਂ ਸਤਿਗੁਰਾਂ ਦੀ ਸ਼ਹਾਦਤ ਹੁੰਦੀ ਉਦੋਂ ਵੀ ਤੇਗ ਦਾ ਵਾਰ ਹੁੰਦਾ, ਤਲਵਾਰ ਦਾ ਵਾਰ ਹੁੰਦਾ। ਸਤਿਗੁਰਾਂ ਦਾ ਸੀਸ ਧਰਨਾ ਵੱਖਰਾ ਹੁੰਦਾ। ਮੈਂ ਕੱਲ ਇੱਕ ਵਿਦਵਾਨ ਹੋਇਆ, ਉਹਨੇ ਹੋਰ ਸਭ ਨਾਲ ਬੜੇ ਸੁੰਦਰ ਬਚਨ ਲਿਖੇ। ਉਹ ਲਿਖਦਾ ਹੈ, ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਉਹ ਲਿਖਦਾ ਹੈ ਤੇਗ ਬਹਾਦਰ, ਉਹ ਟੈਂਕੇ ਨਾਲ ਲਿਖਦਾ ਹੈ। ਕਹਿੰਦਾ ਹੈ ਭਾਵੇਂ ਉਹ ਤੇਗ ਬਹਾਦਰ ਨੇ, ਪਰ ਮੇਰੀ ਨਿਗਾਹ ਵਿੱਚ ਉਹ ਤੇਗ ਬਹਾਦਰ ਨੇ। ਉਹ ਤੇਗ ਬਹਾਦਰ ਦਾ ਅਰਥ ਕੀ? ਤੇਗ ਦਾ ਅਰਥ ਆਸਰਾ। ਜਿਹੜਾ ਉਹਨਾਂ ਦੀ ਟੇਕ ਲਵੇਗਾ, ਜਿਹੜਾ ਉਹਨਾਂ ਦਾ ਆਸਰਾ ਲਵੇਗਾ, ਉਹ ਇੰਨੇ ਬਹਾਦਰ ਨੇ ਆਪਣਾ ਸਰੀਰ ਤੱਕ, ਆਪਣਾ ਸੀਸ ਤੱਕ ਕੁਰਬਾਨ ਕਰ ਦੇਣਗੇ, ਪਰ ਸ਼ਰਨ ਆਏ ਦੀ ਲਾਜ ਜ਼ਰੂਰ ਰੱਖਣਗੇ। ਮਕਾਲਫ ਨੇ ਬੜੇ ਸੁੰਦਰ ਬਚਨ ਲਿਖੇ ਨੇ। ਸਮਾਂ ਬੀਤਦਾ ਗਿਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਦੋਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਦਰਸ਼ਨ ਕਰਨ ਵਾਸਤੇ ਆਉਣਾ, ਸੀਸ ਝੁਕਿਆ ਹੋਣਾ, ਅੱਖਾਂ ਝੁਕੀਆਂ ਹੋਣੀਆਂ, ਬੜੀ ਨਿਮਰਤਾ ਨਾਲ, ਭੈ ਭਾਵਨੀ ਨਾਲ ਆ ਕਰਕੇ ਮੱਥਾ ਟੇਕਣਾ ਅਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਿਆਰ ਨਾਲ ਪੁੱਛੜ ਚੁੱਕ ਲੈਣਾ ਤੇ ਆਪਣੇ ਕੋਲ ਸਿੰਘਾਸਨ ਤੇ ਬਿਠਾ ਲੈਣਾ। ਬੜਾ ਪਿਆਰ ਕਰਨਾ। ਮੁੱਢ ਤੋਂ ਸੁਭਾਅ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬੜਾ ਤਿਆਗੀ ਤੇ ਵੈਰਾਗੀ ਸੀ। ਬਹੁਤਾ ਬੋਲਣਾ ਵੀ ਨਹੀਂ, ਬੰਦਗੀ ਵਿੱਚ ਰਹਿਣਾ, ਸਿਮਰਨ ਵਿੱਚ ਰਹਿਣਾ, ਤੇ ਦੂਜੇ ਦਾ ਦੁੱਖ ਵੇਖ ਕੇ ਨਾ ਸਹਾਰਨਾ। ਇਹ ਸੁਭਾਅ ਉਹਨਾਂ ਦਾ ਸੀ ਕਿ ਦੂਜੇ ਦਾ ਦੁੱਖ ਵੇਖ ਕੇ ਸਹਾਰ ਨਹੀਂ ਸੀ ਸਕਦੇ, ਝਾਟੀ ਯਤਨ ਕਰਦੇ ਸਨ ਕਿ ਉਹਦਾ ਦੁੱਖ ਦੂਰ ਕਰ ਦਈਏ। ਜਿੱਥੇ ਇਹ ਸੁਭਾਅ ਸੀ ਉੱਥੇ ਵੰਡਣ ਦਾ ਸੁਭਾਅ, ਗਰੀਬ ਤੇ ਤਰਸ ਕਰਨ ਵਾਲਾ ਸੁਭਾਅ, ਇਹ ਮੁੱਢ ਤੋਂ ਲੈ ਕਰਕੇ ਸੀ। ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਬਾਬਾ ਗੁਰਦਿੱਤਾ ਸਿੰਘ ਜੀ ਦਾ ਆਨੰਦ ਕਾਰਜ ਰੱਖਿਆ ਗਿਆ, ਘਰ ਵਿੱਚ ਜਦੋਂ ਆਨੰਦ ਕਾਰਜ ਹੋਵੇ ਤੇ ਅੱਜ ਵੀ ਆਪਾਂ ਦੇਖਦੇ ਕਿ ਜਿੰਨੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਸਾਰਿਆਂ ਵਾਸਤੇ ਨਵੇਂ ਵਸਤਰ ਸਿਲਵਾਏ ਜਾਂਦੇ, ਨਵੇਂ ਜੋੜੇ ਆ ਜਾਂਦੇ, ਸਭ ਕੁਝ ਨਵਾਂ ਹੁੰਦਾ, ਖੁਸ਼ੀ ਹੁੰਦੀ ਹੈ, ਚਾਅ ਹੁੰਦਾ ਸਾਰਿਆਂ ਨੂੰ। ਜਦੋਂ ਹੁਣ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਹੈ, ਕਿਉਂਕਿ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵੱਡੇ ਭਰਾ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਛੋਟੀ ਜੀ ਉਮਰ ਦੇ ਨੇ, ਮਾਂ ਨਾਨਕੀ ਨੇ ਬੜਾ ਸੋਹਣਾ ਜੋੜਾ ਜਾਮਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਢਾਈ ਵਾਲਾ ਸਿਲਵਾ ਕੇ ਦਿੱਤਾ ਹੈ। ਚਰਨਾਂ ਵਿੱਚ ਪਾਉਣ ਵਾਸਤੇ ਸੋਹਣਾ ਜੋੜਾ ਲਿਆ ਕੇ ਦਿੱਤਾ ਹੈ। ਸੀਸ ਦੇ ਉੱਪਰ ਸੁੰਦਰ ਦਸਤਾਰ ਸਜਾਈ ਹੈ, ਸੁੰਦਰ ਕਲਗੀ ਸਜਾਉਣਾ ਕੀਤੀ ਹੈ। ਜਿਹੜਾ ਵੀ ਦੇਖਦਾ ਹੈ ਉਹਦਾ ਹੀ ਮਨ ਮੋਹਿਤ ਹੋ ਜਾਂਦਾ ਹੈ। ਜਦੋਂ
ਇਹ ਨਵਾਂ ਬਾਣਾ ਪਹਿਨ ਕਰਕੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਹਰ ਗਏ। ਇੱਕ ਗਰੀਬ ਬੱਚਾ ਜਿਹਦੇ ਤਨ ਦੇ ਉੱਪਰ ਕੱਪੜੇ ਨਹੀਂ, ਉਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ। ਵਾਰ-ਵਾਰ ਦੇਖੀ ਜਾਵੇ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਰਸ ਆ ਗਿਆ। ਇਹਦੇ ਕੋਲ ਤਾਂ ਤਨ ਦੇ ਵਸਤਰ ਵੀ ਨਹੀਂ, ਇਹ ਸਾਡੇ ਵਸਤਰਾਂ ਨੂੰ ਵਾਰ-ਵਾਰ ਦੇਖਦਾ ਹੈ। ਇਹਦੇ ਮਨ ਦੀ ਜ਼ਰੂਰ ਚਾਹਨਾ ਹੋਵੇਗੀ ਕਿਤੇ ਮੈਂ ਵੀ ਇਹੋ ਜਿਹੇ ਵਸਤਰ ਪਹਿਨਦਾ, ਕਿਤੇ ਮੈਨੂੰ ਵੀ ਇਹ ਕੁਝ ਪ੍ਰਾਪਤ ਹੁੰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਗਲੇ ਦੇ ਬੋਲਣ ਤੋਂ ਬਿਨਾਂ ਹੀ ਉਹਦੇ ਦਰਦ ਨੂੰ, ਉਹਦੀ ਭਾਵਨਾ ਨੂੰ ਸਮਝਦਿਆਂ ਹੋਇਆ ਆਪਣੇ ਸਰੀਰ ਤੋਂ ਉਹ ਸੁੰਦਰ ਨਵੇਂ ਵਸਤਰ ਲਾਹ ਕਰਕੇ ਉਸ ਬਾਲਕ ਨੂੰ ਦੇ ਦਿੱਤੇ। ਆਪਣੇ ਚਰਨਾਂ ਦਾ ਜੋੜਾ ਲਾ ਕੇ ਵੀ ਉਹਨੂੰ ਦੇ ਦਿੱਤਾ ਹੈ। ਉਹ ਬਾਲਕ ਉਸ ਵਸਤਰ ਨੂੰ ਪਹਿਨ ਕਰਕੇ, ਜੋੜੇ ਨੂੰ ਪਹਿਨ ਕਰਕੇ ਹੱਸਦਾ ਹੋਇਆ, ਖੁਸ਼ ਹੋ ਕਰਕੇ ਝੂਮਦਾ ਹੋਇਆ ਵਾਪਸ ਚਲਾ ਗਿਆ ਹੈ। ਗੁਰੂ ਦਾ ਜਸ ਕਰਦਿਆਂ ਹੋਇਆ ਉਧਰੋਂ ਹੁਣ ਬਰਾਤ ਦੀ ਤਿਆਰੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਉਹੀ ਵਸਤਰ ਪੁਰਾਣੇ ਪਾਏ ਹੋਏ। ਮਾਂ ਨਾਨਕੀ ਨੇ ਲੱਗਿਆ, ਪੁੱਤਰ ਜੀ ਤੁਹਾਨੂੰ ਤਾਂ ਨਵੇਂ ਵਸਤਰ ਸਿਲਵਾ ਕੇ ਦਿੱਤੇ ਸੀ, ਨਵਾਂ ਜੋੜਾ ਦਿੱਤਾ ਸੀ, ਕਿੱਥੇ ਨੇ ਉਹ ਵਸਤਰ, ਕਿੱਥੇ ਆ ਜੋੜਾ? ਹੁਣ ਤਾਂ ਬਰਾਤ ਤੁਰਨ ਵਾਲੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਮਾਂ ਇੱਕ ਗਰੀਬ ਬੱਚਾ ਆਇਆ ਸੀ, ਉਹਦੇ ਤਨ ਦੇ ਉੱਪਰ ਵਸਤਰ ਨਹੀਂ ਸੀ, ਉਹਦੇ ਪੈਰਾਂ ਵਿੱਚ ਜੋੜਾ ਨਹੀਂ ਸੀ। ਮੈਂ ਵਸਤਰ ਉਹਨੂੰ ਦੇ ਦਿੱਤੇ ਨੇ, ਮੈਂ ਜੋੜਾ ਉਹਨੂੰ ਦੇ ਦਿੱਤਾ ਹੈ। ਮੈਨੂੰ ਉਹਦੇ ਤੇ ਬੜਾ ਤਰਸ ਆਇਆ। ਮੈਨੂੰ ਤੇ ਇਉਂ ਜਾਪਦਾ ਜਿਵੇਂ ਉਹਦੀ ਮਾਂ ਵੀ ਨਹੀਂ ਹੋਵੇਗੀ। ਮਾਂ ਮੈਂ ਉਹਨੂੰ ਦੇ ਆਇਆ, ਆਪਣੇ ਘਰ ਵਿੱਚ ਤੇ ਵਾਧੂ, ਮੈਨੂੰ ਤਾਂ ਹੋਰ ਮਿਲ ਜਾਣਗੇ, ਪਰ ਉਹਨੂੰ ਦੇਣ ਵਾਲਾ ਕੌਣ ਹੈ? ਮਾਤਾ ਜੀ ਨੇ ਉਸ ਨੇੜੇ ਇਹ ਬਚਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਦੱਸਿਆ। ਮਹਾਰਾਜ ਬੜੇ ਖੁਸ਼ ਹੋਏ। ਆਖਿਆ, ਨਾਨਕੀ ਅੱਜ ਤੇ ਇਹ ਵਸਤਰ ਦਿੰਦਾ ਪਿਆ ਹੈ, ਆਉਣ ਵਾਲਾ ਸਮਾਂ ਆਵੇਗਾ ਤੂੰ ਵੇਖੇਂਗੀ ਇੱਕ ਦਿਨ ਆਪਣਾ ਸਿਰ ਵੀ ਦੇਵੇਗਾ। ਇਹ ਬਚਨ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਹਿਲਾਂ ਹੀ ਕਰ ਦਿੱਤਾ ਸੀ। ਇਹਦਾ ਵੰਡਣ ਦਾ ਸੁਭਾਅ ਹੈ, ਇਹ ਬੜਾ ਕੁਝ ਵੰਡੇਗਾ। ਸਮਾਂ ਬੀਤਦਾ ਗਿਆ। ਇੱਕ ਹੋਰ ਉਹਨਾਂ ਦੇ ਤਿਆਗ ਦੀ ਸਾਖੀ ਤੁਹਾਨੂੰ ਸਰਵਣ ਕਰਵਾਵਾਂ। ਮੈਂ ਨਿੱਕੇ ਨਿੱਕੇ ਬਚਨ ਤੁਹਾਨੂੰ ਸਰਵਣ ਕਰਵਾਉਣੇ। ਬਚਨ ਨਿੱਕੇ ਆ ਪਰ ਸਿਧਾਂਤ ਬੜਾ ਵੱਡਾ ਹੈ, ਜਸ ਬੜਾ ਵੱਡਾ ਬਿਆਨ ਕਰਨ ਤੋਂ ਪਰੇ। ਨਿੱਕਾ ਮੈਂ ਤਾਂ ਕਿਹਾ ਕਿ ਥੋੜੇ ਥੋੜੇ ਸਮੇਂ। ਨਿੱਕੇ ਦਾ ਅਰਥ ਇਹ ਨਹੀਂ ਕਿ ਉਹਨਾਂ ਦੀ ਮਹਿਮਾ ਨਿੱਕੀ, ਮਹਿਮਾ ਤੇ ਬਹੁਤ ਵੱਡੀ ਹੈ, ਕਹਿਣ ਤੋਂ ਪਰੇ। ਸੋ ਇੱਕ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਘੋੜੇ ਤੇ ਅਸਵਾਰ ਨੇ, ਤੇ ਘੋੜੇ ਤੇ ਸਵਾਰ ਹੋ ਕਰਕੇ ਜਾ ਰਹੇ ਨੇ। ਅੱਗੇ ਇੱਕ ਗਰੀਬ ਬ੍ਰਾਹਮਣ, ਛੋਟੀ ਉਮਰ ਦਾ ਹੀ, ਬਹੁਤੀ ਵੱਡੀ ਉਮਰ ਨਹੀਂ, ਉਹਦਾ ਨਾਮ ਵਿਦਵਾਨਾਂ ਨੇ ਭੁੱਖਣ ਕਰਕੇ ਲਿਖਿਆ ਹੈ। ਹੱਥ ਜੋੜ ਕਰਕੇ ਸਤਿਗੁਰਾਂ ਦੇ ਅੱਗੇ ਖਲੋ ਗਿਆ ਹੈ। ਮਹਾਰਾਜ ਘੋੜੇ ਤੋਂ ਉਤਰੇ। ਆਖਿਆ, ਦੱਸੋ ਕੀ ਗੱਲ ਹੈ? ਕਹਿਣ ਲੱਗਾ, ਇਹ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ, ਮੇਰੇ ਤੇ ਕਿਰਪਾ ਕਰੋ, ਰਹਿਮਤ ਕਰੋ। ਮੈਨੂੰ ਮਾਇਆ ਦੀ ਜ਼ਰੂਰਤ ਹੈ। ਮੇਰਾ ਕਾਰਜ ਅੜਿਆ ਹੋਇਆ ਹੈ ਤੇ ਉਹ ਮਾਇਆ ਤੋਂ ਬਿਨਾਂ ਹੱਲ ਨਹੀਂ ਹੋਣਾ। ਤੁਸੀਂ ਮੇਰੀ ਸਹਾਇਤਾ ਕਰੋ ਤਾਂ ਕਾਰਜ ਹੱਲ ਹੋਵੇਗਾ। ਭਾਵੇਂ ਬਾਕੀ ਸਾਹਿਬਜ਼ਾਦੇ ਵੀ ਮਹਾਰਾਜ ਦੇ ਸਨ, ਪਰ ਸਾਰੇ ਮੰਗਦੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਸਨ, ਕਿਉਂਕਿ ਵੰਡਣ ਦਾ ਸੁਭਾਅ ਉਹਨਾਂ ਦਾ ਸੀ। ਪਤਾ ਲੱਗ ਜਾਂਦਾ ਹੈ ਕਿ ਇਹ ਤਰਸ ਕਰਦੇ ਨੇ, ਇਹ ਸਭ ਕੁਝ ਦੇਣਹਾਰ ਨੇ। ਤਾਂ ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਮਾਇਆ ਤਾਂ ਸਾਡੇ ਕੋਲ ਨਹੀਂ। ਹੱਥ ਵਿੱਚ ਪਾਏ ਸੋਨੇ ਦੇ ਕੰਗਣ ਲਾ ਕੇ ਦੇ ਦਿੱਤੇ ਤੇ ਘੋੜੇ ਦੀ ਲਗਾਮ ਉਹਦੇ ਹੱਥ ਵਿੱਚ ਫੜਾ ਦਿੱਤੀ। ਆ ਲੈ ਜੋ ਘੋੜਾ, ਆ ਲਓ ਸੋਨੇ ਦੇ ਕੰਗਣ, ਵੇਚ ਕਰਕੇ ਤੇ ਆਪਣਾ ਕਾਰਜ ਸਾਰ ਲਓ। ਆਪ ਪੈਦਲ ਚੱਲ ਕਰਕੇ ਵਾਪਸ ਆ ਗਏ। ਅੱਗੋਂ ਮਾਂ ਨਾਨਕੀ ਮੇਰੀ ਕਹਿਣ ਲੱਗੇ, ਪੁੱਤਰ ਜੀ ਘੋੜਾ ਕਿੱਥੇ ਹੈ, ਸੋਨੇ ਦੇ ਕੰਗਣ ਕਿੱਥੇ ਨੇ? ਤਾਂ ਉਸ ਵੇਲੇ ਦੱਸਿਆ ਕਿ ਗਰੀਬ ਬ੍ਰਾਹਮਣ ਸੀ, ਉਹਨੂੰ ਲੋੜ ਸੀ, ਮੈਂ ਉਹਨੂੰ ਦੇ ਆਇਆ। ਇਸ ਵਾਰ ਮਾਤਾ ਨਾਨਕੀ ਜੀ ਗੁੱਸੇ ਵੀ ਹੋਏ, ਝਿੜਕਿਆ ਵੀ ਜਿਵੇਂ ਬਾਲਕ ਨੂੰ ਮਾਂ ਝਿੜਕਦੀ ਹੈ। ਇੰਨੇ ਚਿਰ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਆ ਗਏ ਤੇ ਕਹਿਣ ਲੱਗੇ, ਨਾਨਕੀ ਮੈਂ ਤੈਨੂੰ ਕਿੰਨੀ ਵਾਰ ਕਿਹਾ ਹੈ ਇਹਨਾਂ ਨੂੰ ਝਿੜਕਣਾ ਨਹੀਂ, ਇਹ ਤਾਂ
ਵੰਡਣ ਵਾਸਤੇ ਆਏ ਨੇ। ਇਹਨਾਂ ਨੇ ਅਜੇ ਬੜਾ ਕੁਝ ਵੰਡਣਾ ਹੈ, ਇਹਨਾਂ ਨੂੰ ਵੰਡਣ ਦੇ, ਇਹਨਾਂ ਨੂੰ ਕਿਸੇ ਕੰਮ ਤੋਂ ਰੋਕੀ। ਇਹ ਸੁਭਾਅ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਹਿਲਾਂ ਤੋਂ ਲੈ ਕਰਕੇ ਸੀ। ਧਿਆਨ ਦੇਣ ਵਾਲੇ ਜੇ ਉਹ ਕਿਸੇ ਨੂੰ ਉਪਦੇਸ਼ ਦਿੰਦੇ ਨੇ ਤਾਂ ਪਹਿਲਾਂ ਗੁਰੂ ਪਿਆਰ ਵਾਲਿਓ ਆਪ ਕਮਾਉਣਾ, ਫਿਰ ਦੂਜੇ ਨੂੰ ਉਪਦੇਸ਼ ਦੇਣਾ, ਉਹਨਾਂ ਚਿਰ ਉਪਦੇਸ਼ ਨਹੀਂ ਦੇਣਾ। ਪ੍ਰਿੰਸੀਪਲ ਸੁਖਦੇਵ ਸਿੰਘ ਜੀ ਲਿਖਦੇ ਨੇ, ਇੱਕ ਵਾਰ ਇੱਕ ਮਾਈ ਆਈ, ਉਹਦੇ ਨਾਲ ਉਹਦਾ ਬਾਲਕ ਹੈ। ਅੱਜ ਆ ਕਰਕੇ ਮਹਾਰਾਜ ਨੂੰ ਕਹਿਣ ਲੱਗੀ, ਮਹਾਰਾਜ ਇਹ ਬਾਲਕ, ਇਹ ਮੇਰਾ ਪੁੱਤਰ ਤੁਹਾਡੇ ਨਾਲ ਖੇਡਦਾ ਹੈ, ਤੁਹਾਡਾ ਹੀ ਹਾਣੀ ਹੈ, ਤੁਹਾਡਾ ਹੀ ਮਿੱਤਰ ਹੈ, ਇਹ ਗੁੜ ਬੜਾ ਖਾਂਦਾ ਹੈ, ਇਹਨੂੰ ਕਹੋ ਬਹੁਤਾ ਗੁੜ ਨਾ ਖਾਇਆ ਕਰੇ, ਇਹ ਤੁਹਾਡਾ ਹੀ ਵਚਨ ਮੰਨਦਾ ਹੈ। ਮਾਰੇ ਕਹਿੰਦੇ ਮਾਈ ਹਫ਼ਤੇ ਬਾਅਦ ਆਏ। ਹਫ਼ਤੇ ਬਾਅਦ ਚੱਲ ਕਰਕੇ ਆਏ ਤੇ ਮਹਾਰਾਜ ਕਹਿਣ ਲੱਗੇ, ਮਿੱਤਰਾ ਗੁੜ ਨਹੀਂ ਖਾਈਦਾ ਬਹੁਤਾ। ਉਹ ਮਾਈ ਕਹਿਣ ਲੱਗੀ, ਮਹਾਰਾਜ ਜੀ ਇੰਨਾ ਹੀ ਵਚਨ ਕਹਿਣਾ ਸੀ ਤਾਂ ਉਸੇ ਦਿਨ ਹੀ ਕਹਿ ਦਿੰਦੇ। ਮਾਰੇ ਕਹਿੰਦੇ ਉਦੋਂ ਤਾਂ ਮੈਂ ਵੀ ਗੁੜ ਖਾਧਾ ਹੋਇਆ ਸੀ। ਦੇਖੋ ਇਹ ਸਾਖੀ ਛੋਟੀ ਜਿਹੀ ਹੈ, ਪਰ ਸਿਧਾਂਤ ਕਿੱਡਾ ਵੱਡਾ ਹੈ ਕਿ ਜੇ ਆਪ ਉਹ ਕਰਮ ਕੀਤਾ ਤੇ ਦੂਜੇ ਨੂੰ ਉਹਨਾਂ ਚਿਰ ਕਹਿਣਾ ਨਹੀਂ ਵੀ ਇਹ ਨਹੀਂ ਕਰਨਾ। ਆਪ ਪਹਿਲਾਂ ਕਮਾਉਣਾ ਹੈ, ਫਿਰ ਦੂਜੇ ਨੂੰ ਉਪਦੇਸ਼ ਦੇਣਾ ਹੈ। ਸਮਾਂ ਆਪਣੀ ਕਾਲੇ ਬੀਤਦਾ ਗਿਆ ਹੈ। ਸਤਿਗੁਰਾਂ ਨੇ ਬਹੁਤਾ ਪਿਆਰ ਕਰਨਾ। ਕਈਆਂ ਨੇ ਸੋਚਣਾ ਕਿ ਸ਼ਾਇਦ ਛੋਟਾ ਸਾਹਿਬਜ਼ਾਦਾ ਕਰਕੇ ਮਹਾਰਾਜ ਬਹੁਤਾ ਪਿਆਰ ਕਰਦੇ ਨੇ। ਇੱਕ ਦਿਨ ਮਾਤਾ ਨਾਨਕੀ ਜੀ ਨੇ 6ਵੇਂ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਛਕਾਇਆ ਤੇ ਬਾਅਦ ਵਿੱਚ ਪੁੱਛਿਆ ਕਿ ਮਹਾਰਾਜ ਸਾਰੇ ਹੀ ਸਾਹਿਬਜ਼ਾਦੇ ਤੁਹਾਨੂੰ ਪਿਆਰੇ ਨੇ, ਪਰ ਮੈਂ ਵੇਖਦੀ ਹਾਂ ਕਿ ਸ੍ਰੀ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਤੁਸੀਂ ਬਹੁਤਾ ਪਿਆਰ ਕਰਦੇ, ਬਹੁਤਾ ਲਾਡ ਨਿਭਾਉਂਦੇ ਹੋ, ਕੀ ਕਾਰਨ ਹੈ? ਮਹਾਰਾਜ ਕਹਿੰਦੇ ਬਹੁਤ ਕਥਾ ਹੈ ਤੁਹਾਡੇ ਦੱਸਣ ਵਾਲੀ ਨੇ। ਮਾਤਾ ਨਾਨਕੀ ਜੀ ਕਹਿਣ ਲੱਗੇ, ਨਹੀਂ ਮਹਾਰਾਜ ਜ਼ਰੂਰ ਦੱਸੋ ਕੀ ਕਾਰਨ ਹੈ। ਤਾਂ ਉਸ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿਣ ਲੱਗੇ, ਨਾਨਕੇ ਇਹਦੇ ਨਾਲ ਪਿਆਰ ਅਸੀਂ ਕੇਵਲ ਪੁੱਤਰ ਕਰਕੇ ਨਹੀਂ ਕਰਦੇ, ਇਹਦੇ ਨਾਲ ਅਸੀਂ ਪਿਆਰ ਤਾਂ ਕਰਦੇ ਹਾਂ ਕਿ ਇਹ ਦੀਨ ਰਕਸ਼ ਸੰਕਟ ਹੈ, ਇਹ ਦੀਨਾਂ ਦੀ ਰੱਖਿਆ ਕਰੇਗਾ, ਸ਼ਰਨ ਆਇਆਂ ਦੇ ਦੁੱਖ ਦੂਰ ਕਰੇਗਾ, ਇਹ ਗੁਰੂ ਨਾਨਕ ਦੀ ਜੋਤ ਦਾ ਵਾਸ ਬਣੇਗਾ। ਤੇ ਅਗਲੀ ਗੱਲ ਕਹਿ ਦਿੱਤੀ, ਇਹਨਾਂ ਦੇ ਘਰ ਵਿੱਚ ਜਿਹੜਾ ਪੁੱਤਰ ਪੈਦਾ ਹੋਵੇਗਾ ਉਹਦੇ ਵਰਗਾ ਵੀ ਸੰਸਾਰ ਵਿੱਚ ਹੋਰ ਕੋਈ ਨਹੀਂ ਹੋਵੇਗਾ। ਉਹ ਗੁਰੂ ਨਾਨਕ ਦੇ ਨਾਮ ਨੂੰ ਸੰਸਾਰ ਦੇ ਹੋਰ ਵੀ ਉਜਲਾ ਕਰੇਗਾ। ਤਾਂ ਅਸੀਂ ਇਹਨਾਂ ਦਾ ਬਹੁਤਾ ਮਾਣ ਸਨਮਾਨ ਕਰਦੇ ਹਾਂ। ਸਮਾਂ ਬੀਤਦਾ ਗਿਆ। ਉਹ ਸਮਾਂ ਆਇਆ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਜੋਤ ਆਪਣੇ ਪੋਤਰੇ ਗੁਰੂ ਹਰਰਾਏ ਜੀ ਦੇ ਵਿੱਚ ਟਿਕਾਈ, ਸਰੀਰ ਤਿਆਗਣ ਦੀ ਤਿਆਰੀ ਕੀਤੀ। ਇੱਥੇ ਇੱਕ ਗੱਲ ਮੈਂ ਹੋਰ ਵੀ ਕਹਿੰਦਾ ਜਾਵਾਂ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿੱਥੇ ਨਾਮ ਤੇਗ ਬਹਾਦਰ ਹੈ ਤੇ ਉਹਨਾਂ ਨੇ ਤੇਗ ਦੀ ਬਹਾਦਰੀ ਵੀ ਕੀਤੀ। ਇਤਿਹਾਸਕਾਰ ਲਿਖਦੇ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 4 ਯੁੱਧ ਕੀਤੇ। ਪਹਿਲਾ ਯੁੱਧ ਸ੍ਰੀ ਅੰਮ੍ਰਿਤਸਰ ਦੀ ਧਰਤੀ ਦੀ ਲੋਹਗੜ੍ਹ ਵਾਲੇ ਸਥਾਨ ਤੇ ਹੋਇਆ, ਜਿੱਥੇ ਮੁਗਲ ਸੁਲਤਾਨ ਸ਼ਾਹਜਹਾਨ ਦਾ ਭੇਜਿਆ ਹੋਇਆ 7000 ਫੌਜ ਲੈ ਕੇ ਆਉਂਦਾ ਤੇ ਸਤਿਗੁਰਾਂ ਦੇ ਹੱਥੋਂ ਮਾਰਿਆ ਜਾਂਦਾ। ਦੂਜਾ ਯੁੱਧ ਸ੍ਰੀ ਹਰਗੋਬਿੰਦਪੁਰ ਨਗਰ ਹੈ, ਜਦੋਂ ਅੰਮ੍ਰਿਤਸਰ ਤੋਂ ਬਟਾਲੇ ਜਾਈਏ ਤੇ ਬਟਾਲੇ ਤੋਂ ਹੁਸ਼ਿਆਰਪੁਰ ਨੂੰ ਜਾਈਏ ਤਾਂ ਬਟਿਆਲੇ ਤੋਂ ਕੋਈ 25 ਕਿਲੋਮੀਟਰ ਦੀ ਦੂਰੀ ਤੇ ਇਹ ਨਗਰ ਹੈ। ਹੁਸ਼ਿਆਰਪੁਰ ਰੋਡ ਦੇ ਉੱਪਰ ਇਹ ਨਗਰ ਉਦੋਂ ਵਸਿਆ ਨਹੀਂ ਸੀ, ਜਦੋਂ ਜੰਗ ਕੀਤਾ ਨਗਰ ਬਾਅਦ ਵਿੱਚ ਵਸਿਆ। ਨਗਰ ਛੇਵੇਂ ਪਾਤਸ਼ਾਹ ਨੇ ਵਸਾਇਆ ਤੇ ਨਾਮ ਰੱਖਿਆ ਬਾਬਾ ਬੁੱਢਾ ਸਾਹਿਬ ਜੀ ਨੇ ਸ੍ਰੀ ਹਰਗੋਬਿੰਦਪੁਰ। ਉੱਥੇ ਜਲੰਧਰ ਦਾ ਸੂਬਾ ਅਬਦੁੱਲਾ 15000 ਫੌਜ ਲੈ ਕੇ ਆਉਂਦਾ ਤੇ ਸਤਿਗੁਰਾਂ ਦੇ ਹੱਥੋਂ ਫੌਜ ਸਮੇਤ ਮਾਰਿਆ ਜਾਂਦਾ ਅਤੇ ਸਤਿਗੁਰਾਂ ਦੀ ਹੁੰਦੀ। ਤੀਸਰਾ ਜੰਗ ਗੁਰੂਸਰ ਮਹਾਰਾਜ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੁੰਦਾ ਹੈ। ਸੋ ਗੁਰੂ ਪਿਆਰ ਵਾਲੀ ਗਲਾ ਵੇਖ ਉੱਥੇ 35000 ਫੌਜ ਲੈ ਕਰਕੇ ਕਾਸਮ ਬੇਗ, ਕਮਰ ਬੇਗ ਆਦਿ ਯੋਧਿਆਂ ਨੂੰ ਨਾਲ ਲੈ ਕੇ ਆਉਂਦਾ ਹੈ। ਸਤਿਗੁਰੂ ਪਾਤਸ਼ਾਹ ਜੀ ਉੱਥੇ ਸੋ ਇੱਕੇ ਵਾਰ ਦੇ ਨਾਲ ਹੀ ਲੜਾ ਬੇਗ ਦੇ ਸਰੀਰ ਦੇ 2 ਟੋਟੇ ਕਰਕੇ ਸੁੱਟ ਦਿੰਦੇ ਨੇ। 35000 ਫੌਜ ਦਾ ਖਾਤਮਾ ਕਰਦੇ ਨੇ
ਤੇ ਜਿੱਤ ਸਤਿਗੁਰਾਂ ਦੀ ਹੁੰਦੀ ਹੈ। ਚੌਥਾ ਯੁੱਧ ਸ੍ਰੀ ਕਰਤਾਰਪੁਰ ਦੀ ਧਰਤੀ, ਜਿਹੜਾ ਜਲੰਧਰ ਦੇ ਨੇੜੇ ਸ੍ਰੀ ਕਰਤਾਰਪੁਰ ਸਾਹਿਬ। ਦੋ ਕਰਤਾਰਪੁਰ ਨੇ, ਇੱਕ ਕਰਤਾਰਪੁਰ ਸਾਹਿਬ ਗੁਰੂ ਨਾਨਕ ਦੇਵ ਜੀ ਨੇ ਵਸਾਇਆ ਇਸ ਪਾਕਿਸਤਾਨ ਵਿੱਚ, ਜਿਹਦਾ ਪਿੱਛੇ ਜੇ ਲਾਂਘਾ ਖੁੱਲਿਆ ਸੀ। ਦੂਜਾ ਕਰਤਾਰਪੁਰ ਜਲੰਧਰ ਦੇ ਨੇੜੇ ਹੈ, ਜਿਹੜਾ ਕਰਤਾਰਪੁਰ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵਸਾਇਆ। ਜਲੰਧਰ ਦੇ ਨੇੜੇ ਕਰਤਾਰਪੁਰ ਸਾਹਿਬ ਵਿਖੇ ਚੌਥਾ ਜੰਗ ਹੋਇਆ। ਚੌਥਾ ਜੰਗ ਪੈਂਦੇ ਖਾਨ, ਜਿਹਨੂੰ ਮਹਾਰਾਜ ਨੇ ਪੁੱਤਾਂ ਤੋਂ ਵੱਧ ਕੇ ਪਾਲਿਆ ਸੀ, ਉਹ ਨਮਕ ਹਰਾਮੀ ਬਣਿਆ ਤੇ 1 ਲੱਖ ਫੌਜ ਲੈ ਕਰਕੇ ਆਇਆ। ਕਾਲੇ ਖਾਂ, ਅਨਵਰ ਖਾਂ ਵਰਗੇ ਗੰਦੇਗਾ ਨੂੰ ਨਾਲ ਲੈ ਕੇ। ਮੈਂ ਕਈ ਵਾਰ ਹੈਰਾਨ ਹੁੰਦਾ, ਉਹ ਪੈਂਦੇ ਖਾਨ ਜਿਹਨੂੰ ਸਤਿਗੁਰੂ ਹਰਿਗੋਬਿੰਦ ਸਾਹਿਬ ਨੇ ਪੁੱਤਾਂ ਤੋਂ ਵੱਧ ਕੇ ਪਾਲਿਆ ਤੇ ਗੁਰੂ ਦੇ ਉਲਟ ਹੋ ਕਰਕੇ ਜੰਗ ਕਰਨ ਵਾਸਤੇ ਆਉਂਦਾ ਹੈ। ਤੇ ਅੱਜ ਜੇ ਕੋਈ ਆਪਣੇ ਉਲਟ ਹੋ ਜਾਂਦਾ, ਆਪਾਂ ਕਹਿੰਦੇ ਸਾਡੇ ਫਲਾਣਾ ਉਲਟ ਹੋ ਗਿਆ ਸੀ ਤੇ ਉਹਦਾ ਇੰਨਾ ਕੀਤਾ ਸੀ, ਉਹ ਐਂ ਉਲਟ ਹੋ ਗਿਆ। ਉਹ ਪੈਂਦੇ ਖਾਨ ਨਾਲੋਂ ਵੱਧ ਕੇ ਕਿਹਦਾ ਕੋਈ ਕਰ ਸਕਦਾ? ਜਿੰਨਾ ਗੁਰੂ ਨੇ ਕੀਤਾ ਉਹਨਾਂ ਦੇ ਕੋਈ ਕਰ ਹੀ ਨਹੀਂ ਸਕਦਾ। ਔਰ ਉਹ ਪੈਂਦੇ ਖਾਨ ਗੁਰੂ ਦੀ ਉਲਟ ਹੋ ਗਿਆ, ਆਪਾਂ ਤੇ ਚੀਜ਼ ਕੀ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, 1 ਲੱਖ ਫੌਜ ਲੈ ਕੇ ਆਇਆ। ਜੰਗ ਹੋਇਆ ਉਦੋਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ ਕੋਈ 13 ਜਾਂ 14 ਸਾਲ ਦੇ ਕਰੀਬ ਸੀ ਵਿਦਵਾਨਾਂ ਦੇ ਲਿਖਤ ਮੁਤਾਬਕ। ਉਸ ਜੰਗ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਤੇਗ ਚਲਾਈ ਹੈ। ਅਟਾਰੀ ਦੇ ਵਿੱਚ ਟਿਬਾੜੇ ਵਿੱਚ ਖਲੋਤੇ ਨੇ ਮਾਤਾ ਨਾਨਕੀ ਜੀ, ਮਾਤਾ ਮਰਵਾਹੀ ਜੀ ਤੇ ਹੋਰ ਸੇਵਾਦਾਰ। ਆਪਣੀਆਂ ਅੱਖਾਂ ਨਾਲ ਆਪਣੇ ਪੁੱਤਰ ਨੂੰ ਤੇਗ ਚਲਾਉਂਦਿਆਂ ਦੇਖਦੇ ਨੇ। ਮਾਤਾ ਨਾਨਕੀ ਜੀ ਇੱਕ ਸਿੱਖ ਨੂੰ ਭੇਜਦੇ ਨੇ ਕਿ ਜਾਏ ਸਾਡੇ ਪੁੱਤਰ ਨੂੰ ਜੰਗ ਵਿੱਚੋਂ ਬੁਲਾ ਲਿਆਓ। ਬੜੇ ਚਿਰ ਦਾ ਜੰਗ ਕਰ ਰਹੇ ਨੇ, ਉਮਰ ਛੋਟੀ ਹੈ, ਥੱਕ ਗਏ ਹੋਣਗੇ। ਜਦੋਂ ਸਿੱਖ ਜਾ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਾਤਾ ਜੀ ਦਾ ਸੁਨੇਹਾ ਦਿੰਦਾ ਹੈ ਤਾਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ, ਮਾਤਾ ਜੀ ਨੂੰ ਸਾਡੇ ਵੱਲੋਂ ਇਹ ਬੇਨਤੀ ਕਰ ਦੇਣੀ, ਇੱਕ ਤਾਂ ਸਾਡੀ ਇਹ ਭੁੱਲ ਮਾਫ ਕਰਿਓ ਕਿ ਅਸੀਂ ਤੁਹਾਡਾ ਬਚਨ ਨਹੀਂ ਮੰਨਿਆ। ਦੂਜਾ, ਸੂਰਮਿਆਂ ਦਾ ਕਰਮ ਨਹੀਂਗਾ ਕਿ ਜੰਗ ਦੇ ਮੈਦਾਨ ਵਿੱਚੋਂ ਵਿੱਚੇ ਛੱਡ ਕੇ ਭੱਜ ਆਉਣਾ। ਜਿੰਨਾ ਚਿਰ ਜੰਗ ਫਤਿਹ ਨਹੀਂ ਹੁੰਦਾ, ਉਹਨਾਂ ਚਿਰ ਅਸੀਂ ਵਾਪਸ ਨਹੀਂ ਆਵਾਂਗੇ। ਐਸੀ ਤੇਗ ਚਲਾਈ ਹੈ, ਵੈਰੀਆਂ ਦੇ ਆਪ ਲਾ ਲਾ ਕੇ ਸੁੱਟ ਦੇਣਾ ਕਹਿੰਦੇ ਨੇ। ਜੰਗ ਫਤਿਹ ਹੋਇਆ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਪਿਤਾ ਸਤਿਗੁਰੂ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਕੋਲ ਆਉਂਦੇ ਨੇ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਸਿੰਘਾਸਨ ਤੋਂ ਉੱਠ ਕਰਕੇ ਉਸ ਵੇਲੇ ਗਲੇ ਨਾਲ ਲਾ ਲੈਂਦੇ ਨੇ। ਕਹਿੰਦੇ ਨੇ, ਪੁੱਤਰ ਤੂੰ ਤੇਗ ਬਹਾਦਰ ਨਾਂ ਦਾ ਹੀ ਨਹੀਂ, ਤੂੰ ਸਤਿਗੁਰ ਦੀ ਤੇਗ ਦਾ ਧਨੀ। ਇਹ ਬਖਸ਼ਿਸ਼ ਕੀਤੀ। ਕਈ ਵਿਦਵਾਨਾਂ ਨੇ ਸਤਿਗੁਰਾਂ ਦਾ ਨਾਮ ਤਿਆਗ ਪਲ ਕਰਕੇ ਨਹੀਂ ਲਿਖਿਆ, ਸੋ ਉਹਨਾਂ ਦੇ ਸੁਭਾਅ ਕਰਕੇ ਇਹ ਨਾਮ ਲਿਖਿਆ ਵੀ ਜਾ ਸਕਦਾ ਹੈ। ਕਈ ਵਿਦਵਾਨ ਕਹਿੰਦੇ ਨੇ, ਜਿਸ ਦਿਨ ਤੇਗ ਚਲਾਈ ਉਦੋਂ 6ਵੇਂ ਪਾਤਸ਼ਾਹ ਨੇ ਆਖਿਆ ਸੀ, ਪੁੱਤਰ ਤੂੰ ਤਿਆਗ ਪਲ ਨਹੀਂ, ਤੂੰ ਤੇ ਤੇਗ ਬਹਾਦਰ ਹੈ। ਉਸ ਦਿਨ ਤੋਂ ਨਾਮ ਤੇਗ ਬਹਾਦਰ ਪਿਆ। ਕਈ ਵਿਦਵਾਨਾਂ ਦਾ ਖਿਆਲ, ਪਰ ਕਈਆਂ ਦਾ ਖਿਆਲ ਹੈ ਕਿ ਨਾਮ ਪਹਿਲਾਂ ਹੀ ਤੇਗ ਬਹਾਦਰ ਸਾਹਿਬ ਜੀ ਰੱਖਿਆ ਗਿਆ। ਸਮਾਂ ਬੀਤਦਾ ਗਿਆ। ਉੱਥੇ ਹੀ ਹੁਣ ਭਾਈ ਲਾਲ ਚੰਦ ਜੀ ਵਸਦੇ ਨੇ, ਜੋ ਮਾਤਾ ਗੁਜਰੀ ਜੀ ਦੇ ਪਿਤਾ ਜੀ, ਜਿਨ੍ਹਾਂ ਦਾ ਪਿੰਡ ਲਖਨੌਰ ਸਾਹਿਬ ਹੈ। ਪਰ ਲਖਨੌਰ ਸਾਹਿਬ ਤੋਂ ਉੱਠ ਕੇ ਆ ਕਰਕੇ ਉਹ ਕਰਤਾਰਪੁਰ ਸਾਹਿਬ ਆ ਕਰਕੇ ਵਸ ਗਏ ਸਨ। ਹੁਣ ਭਾਈ ਲਾਲ ਚੰਦ ਦੀ ਪੁੱਤਰੀ ਮਾਤਾ ਗੁਜਰੀ ਜੀ, ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਵਿਆਹੁਣ ਦੇ ਯੋਗ ਹੋਏ ਤੇ ਭਾਈ ਲਾਲ ਚੰਦ ਸਤਿਗੁਰਾਂ ਦੇ ਚਰਨਾਂ ਵਿੱਚ ਆਏ। ਉਦੋਂ ਮਹਾਰਾਜ ਕਰਤਾਰਪੁਰ ਸਾਹਿਬ ਹੀ ਸਨ। ਕਹਿਣ ਲੱਗੇ, ਮਹਾਰਾਜ ਸਾਡੀ ਇੱਛਾ ਹੈ ਕਿ ਆਪਣੀ ਪੁੱਤਰੀ ਦਾ ਰਿਸ਼ਤਾ ਅਸੀਂ ਤੁਹਾਡੇ ਸਾਹਿਬਜ਼ਾਦੇ ਨਾਲ ਕਰਨਾ ਚਾਹੁੰਦੇ ਹਾਂ। ਹੁਣ ਮਹਾਰਾਜ ਦੇ 2 ਸਾਹਿਬਜ਼ਾਦੇ ਵਿਆਹੇ ਹੋਏ ਸਨ, ਬਾਬਾ ਗੋਦਤਾ ਜੀ ਤੇ ਬਾਬਾ ਸੂਰਜਮਲ ਜੀ ਤੇ ਬਾਬਾ ਅਟਲ ਰਾਏ ਜੀ ਦਾ ਸਰੀਰ ਤਿਆਰ ਕਰਦੇ ਸਨ। ਹੁਣ 2 ਹੀ ਰਹਿੰਦੇ ਸਨ, ਬਾਬਾ ਅਣੀ ਰਾਏ ਜੀ ਤੇ ਗੁਰੂ ਤੇਗ ਬਹਾਦਰ ਸਨ। ਬਾਬਾ ਅਣੀ ਰਾਏ ਨੂੰ ਕੋਲ ਬੁਲਾਇਆ ਤੇ ਵਿਆਹ ਦੀ ਗੱਲ ਕੀਤੀ ਤਾਂ ਬਾਬਾ ਅਣੀ ਰਾਏ ਜੀ ਨੇ ਹੱਥ ਜੋੜ ਕਰਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੇਰੀ ਇੱਛਾ ਹੈ ਕਿ ਮੈਂ ਆਨੰਦ ਕਾਰਜ ਨਹੀਂ ਕਰਾਉਣਾ, ਇਸੇ ਤਰ੍ਹਾਂ ਹੀ ਬੰਦਗੀ ਕਰਨੀ ਹੈ ਤੇ ਸੇਵਾ ਸੁਣ ਕਰਕੇ ਜੀਵਨ ਲੇਖੇ ਲਾਉਣਾ। ਸੋ ਫਿਰ ਹੁਣ ਰਹਿ ਗਏ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਕੋਲ ਬੁਲਾਇਆ, ਹੁਕਮ ਕੀਤਾ ਹੈ
पुत्र जी तुहाडा आनंद कारज करना है। गुरु तेग बहादुर साहब ने अपनी इच्छा ही प्रगट नहीं की कि साडी भी कोई इच्छा नहीं। इन्ना गुरु नूं समर्पित अपनी इच्छा ही खत्म कर दी। आख्या जो गुरु का हुक्म वो मनना है, अपनी तो इच्छा ही अपनी। ध्यान देना, रिश्ता तय हो गया, उत्थे ही आनंद कारज होया है। जिवें हुण पिता अपनी धी नूं तोरदा है आनंद कारज तो बाद, जदों भाई लाल चंद जी अपनी धी माता गुजरी नूं तोरन लगे ने, जिहड़े बाद विच माता गुजर कौर जी बने, तां गुरु प्यार वाली भाई लाल चंद ने सतगुरां दे चरनां ते सिर रखिया, हाथ जोड़े, आख्या महाराज मैं ते आप जी दा निभाणा ते निताणा दा सिख हां, तुहाडी बराबरी नहीं कर सकदा, मैनूं खिमा करियो। महाराज जिन्ना तुहाडा आदर मान सत्कार करना चाहिए, जिन्नी तुहाडी सेवा करनी चाहिए मैं कर नहीं सके। दूजा वचन ये गया, महाराज मैं तुहानूं कुछ दे नहीं सकिया। धन गुरु हरगोबिंद साहब महाराज दया के घर में आए भाई लाल चंद नूं गले नाल ला लिया, बड़ा प्यार किया। अते महाराज ने वचन किया, इतिहास में दर्ज है, लाल चंद तुम तीनों बसाला। मारे कहते भाई लाल चंद तू तो बहुत कुछ दिता सानू। तो भाई लाल चंद कहन लगे, महाराज मैं गरीब ने तुहानू की देना सी, तुसी दाते हो, सारी दुनिया नूं देण वाले, असीं तां मंगदे हां, असीं की दे सकते हैं। मारे कहते नहीं भाई लाल चंद तू बड़ा कुछ दिता, जो तू दिता कौन दे सकता है। आख्या महाराज मैं की दिता है। पातशाह ने अगली वचन कहे, जिन तनुजा अर्पण कीनम तिन पातशाह क्या रख दीनम। मारे कहते भाई लाल चंद जिन्हें अपनी धी ही अर्पण कर दी, उन्हें पिछे की रखूंगा। ध्यान देना, अज सानू सिक्ख्या लैनी चाहिए है सतगुरां दे इन्हां इतिहासक घटनावां तो, इस जीवन तो, कि जे महाराज ने अपने पुत्र का आनंद कारज किया है तो दाज नहीं लिया, सगों दाज को बिना आनंद कारज करके सो बच्ची के पिता को इन्ना बड़ा मान दिता है कि तुसीं ते बड़ा कुछ दिता है। असल में हकीकत भी ये है, जिन्हें अपनी धी दे दित्ती उदों बड़ा दाज मिला, उदों बड़ा दान कौन है दे सकता है। पर दाज के लोग भी अज भी है, एक तो अगला अपनी धी दिता है, ते दूजा उस धी नूं दुख देने कोई होर माया धन दा करके अज भी है। सारे चंगे नहीं तो सारे माड़े भी नहीं। ध्यान देने वाला वचन है गुरु प्यार वालियो, धी ने अपने माँ बाप को छड्ड के जाना ये सौखा दा कर्म नहीं। मैं कई बार अपने जीवन से झुका के वेना, जदों असीं बहिते विद्या पढ़न गए सन, उदों माँ बाप को छड्ड के जाना पिया, पर सानू तो पता सी कुछ समय बाद आ जाना, 6 महीनों बाद सानू छुट्टी मिलती होंदी सी। भावें कोई भी काम होवे घर में छुट्टी नहीं सी मिलती, ये नेम सी जथेदार। सो हुण तां मेरे नाल जो विद्यार्थी रहिंदे आ, 5-10 दिन लंघ जाण, पिंड जाइए छुट्टी दे दी, तरले मारी दी विद्या तां ही ना आउंदी। विद्या सीखण वास्ते सिद्ध रखना पैंदा, सबर रखना पैंदा। सो गुरु प्यार वालियो, तां उदों पता लगा कि माँ बाप तो बिना किवें रहा जांदा। पर धन वो धीआं जिहड़े अपने माँ बाप को सदा वास्ते छड्ड करके सहुरे परिवार में रहंदे, ये सौखा दा कर्म नहीं है। पर एक संसार की रीति सारिਆਂ ਨੂੰ जाना पैंदा है। पर धन गुरु हरगोबिंद साहब महाराज ने इन्ना मान दिता कि भाई लाल चंद जिन्हें धी दे दी उदों वड्डी दात कोई नहीं, धी देण वाला दानी है, दादा है, इन्ना मान दिता है। आनंद कारज हो गया है। हुण समा बीतता गया, धन गुरु हरगोबिंद साहब ने अपनी जोत सतवें पातशाह में टिकाई ते गुरु प्यार वाले शरीर त्यागण वास्ते तैयार हुए। माता नानकी जी ने प्रसाद पानी छकाया ते हाथ धुआए, बेनती की महाराज तुसीं ते कहा सी कि तेरा पुत्र गुरु बनेगा, पर अब तुसीं अपने पोतरे नूं गुरियाई दे दित्ती। धन गुरु हरगोबिंद साहब महाराज कहन लगे, नानकी बनेगा जरूर, साडा वचन पूरा होवेगा, पर अज समा लगेगा। अज पोतरे कोल गुरियाई है, कल पोतरे को जानी है, ते पोतरे को फिर तेरे पुत्र तेग बहादुर साहब को ये वचन किया है।
महाराज ने जिस रुमाल नाल हथ पूंजे आख्या नानकी झोली अड, तो उस वेले रुमाल माता नानकी की झोली में पाया। एक कटार बख्शिश की, एक गुड़का सहब बख्शिश किया है, आख्या साम के रखी ये तेरे पुत्र के काम आउणगे। सो गुरु प्यार वालियो, माता नानकी ने उन्होंने बेनती भी की सी, महाराज मैनू भी नाल लै चलो। सो रहन को चित नहीं करता। महाराज कहने लगे नानकी अजे तेरी उम्र रही है, अजे तू अपने पुत्र को गुरु बनया देखना है, अपने पुत्र की शहादत को तकना है, अपने घर पोतरे वेख करके फिर तू पोतरे खिड़ा करके आना। सतगुरु हरगोबिंद साहब जी ने शरीर त्यागया कीरतपुर साहब की धरती से। धन्नवाद माता नानकी जी अपने मूह पुत्र गुरु तेग बहादुर जी माता गुजरी जी नाल लैकर के बाबे बकाले बाबे गुरु तेग बहादुर साहब जी ने नानकी सन, माता नानकी का पेका पिंड। सो गुरु प्यार वालियो उत्थे आकर के रहना कीता। उत्थे वो गुड़का साहब कम आया जेड़ा धन गुरु हरगोबिंद साहब ने दिता सी। 26 साल 9 महीने तो 13 दिन बंदगी की गुरुद्वारा भोरा साहब अज भी मौजूद है। वो गुड़का साहब की देन सी, वो बाणी पड़ी है, कटार तेग बन गई है, रुमाल वो चादर बनी जिधर सारी सृष्टि की पत रखी। जदों हिंदुओं की पत रखी तो ही गुरु तेग बहादुर साहब जी ने हिंद की चादर भी कह दिता। संसार की चादर सगल सृष्टि पे ढापी चादर प्रगट भय श्री गुरु तेग बहादुर, सगल सृष्टि पे ढाकी चादर। कहते सारी सृष्टि की पत जिहड़ी है वो गुरु तेग बहादुर साहब जी ने अर्पणा की है। समा बीतता गया, इधर गुरियाई धन गुरु हरराय साहब को गुरु हरकृष्ण महाराज को पहुंची। जदों धन गुरु हरकृष्ण महाराज 8वें पातशाह बने ने, उदों उन्हां दी उम्र 5 साल 2 महीने ते 16 दिनों की सी। अपने भी बच्चे ने, एडे बच्चे को की ज्ञान है, पर उत्थे गल शरीर की नहीं, उत्थे गल गुरु नानक की जोत की। कारज जोत ने करने ने, क्योंकि गुरु नानक की जोत 5 साल 2 महीने ते 16 दिन के शरीर धन गुरु हरकृष्ण महाराज दे विच टिकदी है, ते उत्थे भी कारज वो ही करनी पई है। समा बीतता गया, जदों धन गुरु हरकृष्ण महाराज ने शरीर त्यागया तो शरीर त्यागन तो पहला सिखां ने बेनती की, दिल्ली की धरती से शरीर त्यागया। बेनती की महाराज अगे सतगुरु जी जो शरीर त्यागते सन तो अपनी थां ते पहला गुरु पदवी दे के फिर शरीर त्यागते सन। महाराज तुहाडे तो बाद गुरु पदवी ते कौन होवेगा, किहदे लड़ तुसीं सानूं ला के चले हो। तो धन गुरु हरकृष्ण महाराज ने बचन कीते सन कि बाबा बसे बीत बकाले बन गुर अपनी संगत आप संभाले। शब्द वरत्या सी कि जिहड़ा साडे तो बाद गुरु पदवी ते होवेगा वो बाबा बकाले की धरती ते वसदा है, जो गुरु पदवी ते बैठ करके सारी संगत का भला करे। बाबा शब्द क्यों वरत्या, क्योंकि धन गुरु हरकृष्ण महाराज जी ने दादा जी सन बाबा गुरदित्ता जी, बाबा गुरदित्ता जी के छोटे भरा ने गुरु तेग बहादुर। उदों दादे को बाबा शब्द दिया जाता है, इस करके बाबा शब्द वरत्या। शरीर त्यागया 8वें पातशाह ने भाई गुरदित्ता जी, जो बाबा बुढ़ा साहब जी अंश बंश में 6वीं पीढ़ी ने, वो गुरियाई के चिन्ह लै करके दिल्ली तो बकाले की धरती से गुरु तेग बहादुर साहब के चरणों में पहुंचते आ मत्था टेकते ने। महाराज आ गुरियाई के चिन्ह महाराज ने झोली करके झोली चुकवा गए थे। गुरियाई की मर्यादा बाबा गुरदित्ता जी ने, जेड़े बाबा बुढ़ा जी की 6वीं पीढ़ी सन भाई गुरदित्ता जी, उन्होंने निभाई। गुरियाई का तिलक लगाया। धन गुरु तेग बहादुर साहब ने आख्या भाई गुरदित्ता जी असी गुरु पदवी ते विराजमान हो गए हैं, मर्यादा निभ गई है, साडा बदली याद रखियो, सानू प्रगट नहीं करना, अजे असी गुप्त रहना। महाराज गुरु प्रगट नहीं होए। प्रगट कदों होए, जदों गुरु प्यार वालों मक्खन शाह दुगाने ने
सो समुंदर दे विच उन्हां दा जहाज फसिया होया ते जहाज दे विच बड़े मुसाफिर सन, बड़े लोग सन। सारियां ने आपो अपने पीर फकीर मनाए पर जहाज बनने ना लगा। मक्खन शाह ने गुरु नानक के घर को याद किया है तो धन गुरु तेग बहादुर साहब जी ने अपना मोढा ला करके मक्खन शाह लुभाने का जहाज बनने लाया। मक्खन शाह ने सुपना सुखी सी कि 500 मोर मैं गुरु की सेवा में पाऊंगा। ध्यान देना, मक्खन शाह सुखना लाउण वास्ते सतगुरां दे कोल बकाले की धरती ते आउंदा। पहला उन्होंने बकाला कहा जाता सी, बाद में बाबा बकाला साहब बने। ध्यान देना, गुरु प्यार वार आके की देखता है, उत्थे 22 मंजियां ला करके 22 खंडी बैठे हुए जिन्हों के धी मल भी है ते होर सोटी भी है। मैं कहना हुंदा उदों ते 22 ने, अज 22 लाख तो भी वध होने। अज तो एक पिंड में भी पता नहीं किन्ने किन्ने गद्दियां ला के बैठे हुए, किन्नियां की गिनती करा। ध्यान देने वाले बचन ने 22 मंजियां खंडियां ने लाइया हुई। मक्खन शाह आउंदा है ते हैरान हुंदा, उदास हुंदा है, फिर सोचता है कि गुरु तेग बहादुर साहब जी ने मेरी लाज रखी है। भावें उन्होंने ना नहीं सी पता उदों भी असली गुरु ने मेरी लाज रखी है ते मैं अरदास की ते इन्नी दूरों ही मेरी अरदास सुन करके लाज रखी है। इत्थे भी मैं दो मोहरा रख करके सो मत्था टेकांगा, जिहड़ा असली होवेगा अपनी अमानत आपे मंग लवेगा। दो मोहरा रख करके मत्था टेकिया। जेड़े पखंडी सन दो मोहरा लैके परच गए पर किसी ने अपनी अमानत ना मंगी। उस वेले मक्खन शाह उदास होया। बाबा फरीद साहब जी का मैनू सलोक चेते आ। बाबा फरीद जी फरमाउंदे ने, फरीदा गल्ली सो सज्जन भी एक ढेडी ना लहा, दुखा ज्यों माली कारण तिन्ना माफी। बाबा फरीद जी कहते गल्लां वाले तो 20 मिल जाते पर जेडे एक नूं मैं लभदा पिया वो नहीं मिलता। उही हाल मक्खन शाह दी है। गल्लां वाले 20-22 मंजियां ला के बैठे ने पर जेडे एक नूं मिलण वास्ते मक्खन शाह आया उन्हें दर्शन नहीं हो रहे। संगत नूं पुछया कोई होर भी महापुरखे ते है? संगत ने दस्सिया है होर तां इत्थे 6वें पातशाह के छोटे साहिबजादे श्री तेग बहादुर जी ने ਜਿਹੜੇ ਭੋਰੇ ਵਿੱਚ ਰਹਿੰਦੇ ਨੇ ਆਪਣਾ ਆਪ ਜਨਾਉਂਦੇ ਨੇ। ਮੱਖਣ ਸ਼ਾਹ ਨੂੰ ਚਾਹ ਚੜਿਆ, ਮਹਾਰਾਜ ਦੇ ਕੋਲ ਅੰਦਰ ਭੋਰੇ ਵਿੱਚ ਚੱਲ ਕਰਕੇ ਗਿਆ। ਉੱਥੇ ਵੀ ਦੋ ਮੋਹਰਾਂ ਰੱਖ ਕਰਕੇ ਮੱਥਾ ਟੇਕਿਆ ਪਲਕ ਕਰਨ ਵਾਸਤੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਮੱਖਣ ਸ਼ਾਹ ਗੁਰੂ ਪੈਸਿਆਂ ਦਾ ਭੁੱਖਾ ਨਹੀਂ, ਗੁਰੂ ਨੇ ਪੈਸਿਆਂ ਦੀ ਦੁਕਾਨ ਨਹੀਂ ਪਾਈ ਪਰ ਸਿੱਖਾ ਜਿਹੜਾ ਗੁਰੂ ਨਾਲ ਬਚਨ ਕਰੀਏ ਉਸ ਬਚਨ ਤੋਂ ਕਦੇ ਮੁਕਰੀਦਾ ਨਹੀਂ। ਸੁਖਣਾ ਤੂੰ ਸੁਖੀ 500 ਮੋਹਰ ਦੀ ਤੇ ਚੜਾਉਂਦਾ ਤੂੰ 2 ਪਿਆਏ। ਇਤਿਹਾਸਕਾਰ ਲਿਖਦੇ ਨੇ, ਮਹਾਂਪੁਰਖ ਸੁਣਾਉਂਦੇ ਨੇ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਮੋਢੇ ਤੋਂ ਚੋਲਾ ਪਾਸੇ ਕਰਕੇ ਨੂੰ ਖਾਇਆ ਕਿ ਆਵੇ ਤੇਰਾ ਜਹਾਜ਼ ਮੰਮੀ ਲਾਉਂਦਿਆਂ ਹੋਇਆ ਕਿੱਲ ਤੁਰੇ ਹੋਏ ਨੇ। ਮੱਖਣ ਸ਼ਾਹ ਨੂੰ ਚਾਹ ਚੜ ਗਿਆ, ਚਰਨਾਂ ਤੇ ਧਿਆ ਪਿਆ। 500 ਦੀ 500 ਮੋਹਰ ਸਤਿਗੁਰਾਂ ਦੇ ਚਰਨਾਂ ਵਿੱਚ ਢੇਰੀ ਕਰ ਦਿੱਤੀ ਹੈ। ਮਹਾਰਾਜ ਨੇ ਬੜਾ ਨਵਾਜਿਆ, ਨਾਲ ਬਚਨ ਕੀਤਾ, ਮੱਖਣ ਸ਼ਾਹ ਗੁਰੂ ਤੇਰੇ ਤੇ ਬਹੁਤਾ ਖੁਸ਼ ਹੈ। ਬੜੀਆਂ ਰਹਿਮਤਾਂ ਹੋਈਆਂ ਤੇ ਹੋਰ ਵੀ ਹੋਣਗੀਆਂ ਪਰ ਸਾਡਾ ਬਚਨ ਯਾਦ ਰੱਖੀ, ਸਾਨੂੰ ਪ੍ਰਗਟ ਨਾ ਕਰੇ। ਜੇ ਨਾ ਬਚਨ ਮੰਨਿਆ ਮੂੰਹ ਕਾਲਾ ਕੀਤਾ ਜਾਵੇਗਾ। ਮੱਖਣ ਸ਼ਾਹ ਬਾਹਰ ਆਇਆ, ਰਿਆ ਨਾ ਗਿਆ, ਪਰਉਪਕਾਰੀ ਸੁਭਾਅ ਸੀ ਤੇ ਇੰਨੀ ਸੰਗਤ ਪਖੰਡੀਆਂ ਦੇ ਡੇਰਿਆਂ ਤੇ ਭਟਕਦੀ ਫਿਰਦੀ ਹੈ, ਇਹਨਾਂ ਨੂੰ ਪੂਰੇ ਗੁਰੂ ਦੇ ਲੜ ਲਾਵਾਂ। ਮੱਖਣ ਸ਼ਾਹ ਨੇ ਹੱਥ ਵਿੱਚ ਪਰਨਾ ਸਾਫਾ ਫੜਿਆ, ਕੋਠੇ ਤੇ ਚੜ ਗਿਆ, ਨਾਲੇ ਪਰਨਾ ਘਮਾਉਂਦਾ ਹੈ, ਸਾਫਾ ਘਮਾਉਂਦਾ ਆਪਣੀ ਮਾਝੇ ਦੀ ਪਰਨਾ ਦਾ ਸਾਫਾ ਧਿਆਨ ਦੇਣਾ, ਨਾਲੇ ਪਰਨਾ ਘਮਾਉਂਦਾ ਹੈ, ਨਾਲੇ ਮੁਖ ਤੋਂ ਕਹਿੰਦਾ ਸਾਚਾ ਗੁਰ ਲਾ ਦੋ ਰੇ, ਸਾਚਾ ਗੁਰ ਲਾ ਦੋ ਰੇ, ਭੁੱਲੀਏ ਸਕਦੇ ਸਾਚਾ ਗੁਰ ਲਾ ਦੋ ਰੇ। ਇਤਿਹਾਸ ਬਚਨ ਨੇ ਜਿਹਦਾ ਅਰਥ ਹੈ ਸੱਚਾ ਗੁਰੂ ਲੱਭ ਪਿਆ ਹੈ, ਸੱਚਾ ਗੁਰੂ ਲੱਭ ਪਿਆ ਹੈ। ਇਹ ਭੁੱਲੀ ਹੋਈ ਸੰਗਤ ਤੇ ਹੁਣ ਪਖੰਡੀਆਂ ਕੋਈ ਨਾ ਜਾਓ, ਸੱਚਾ ਗੁਰੂ ਲੱਭ ਪਿਆ ਹੈ। ਸਾਰੀ ਸੰਗਤ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਆਈ ਹੈ। ਮੱਖਣ ਸ਼ਾਹ ਨੇ ਜਦੋਂ ਇਹ ਕਰਮ ਕੀਤਾ, ਮਹਾਰਾਜ ਨੇ ਸੁਨੇਹਾ ਭੇਜਿਆ ਕਿ ਲਿਆਓ ਬੁਲਾ ਕਰਕੇ ਮੱਖਣ ਸ਼ਾਹ, ਸਾਡਾ ਹੁਕਮ ਤੋੜ ਦਿੱਤਾ ਹੈ। ਮੱਖਣ ਸ਼ਾਹ ਭੈਦਾਇਕ ਵੀ ਹੋਇਆ,
माता नानकी जी कोल गया, आख्या मां मैं तो कोई माड़ा कर्म नहीं किया, चंगा ही किया, हुण की करा। महाराज तो नाराज ने। मां नानकी ने आख्या पुत्रा करना की है, जिवें भाई लधे ने पंजवें पातशाह वेले पहले ही अपना मूँह काला कर लिया सी ते गुरु ने बख्श दिता सी, तू ही पहला ही ये बचन कमाल है, बख्शी हो जाएगी। मक्खन शाह लोह ते गया ते कालक लैके अपने मूँह से पहले ही मार लेना। एडा वड्डा परोपकार है। सतगुरां दे कोल गया, मारे पुते मक्खन शाह तू साडा हुक्म मोड़िया है। आख्या महाराज मैं कौन हुंदा तुहाडा हुक्म मोड़न वाला, तुहाडा हुक्म सी कि जे सानू प्रगट कीता ते मूँह काला कीता जावेगा। महाराज असीं तो पहले मूँह काला कर आए। महाराज बड़े खुश होए ते गले नाल लालना कीता, नवाजना कीता। उस दिन सतगुरु पातशाह जी बाबे बकाले की धरती ते प्रगट होए ने। समा बीतदा गया, उत्थे हुण पखंडी जिहड़े भजन लगे जदों कहंदे ने पूरा सामने आ जाए फिर अधूरियां दी कोई कदर नहीं रहिंदी। जदों सूरज चढ़ पवे ना उदों टटैणियां नूं दीवियां नूं कोई नहीं पुछदा, जिन्ना चिर सूरज नहीं चढ़दा उन्ना चिर टटैणा झपकदा, उन्ना चिर दीवे की रोशनी है। पर जदों सूरज चढ़ पवे उदों उन्हां दी कोई औकात नहीं। जिन्ना चिर गुरु तेग बहादुर साहब जी प्रगट नहीं सी होए उन्ना चिर लोग पखंडियां कोल जांदे सी। पर जदों गुरु तेग बहादुर प्रगट हो गए फिर पखंडियां कोल जांदा कोई नहीं। ते जिहड़ी दुकान ही नहीं चलनी उस दुकानदार ने कोई दुकान कद नहीं पाई, वो दुकाना चुके जाते बड़े। सो गुरु प्यार वाले धीरमाल फिर भी बाज न आया। धीरमाल ने सतगुरां दे उत्ते हमला भी किया, गोली चलाई अपने सीहे मसंत। मां नानकी की दलेरी मैं तुहानूं दस्सण लगा। धन गुरु तेग बहादुर साहब ते माता नानकी जी किते दलेर सन। धीरमाल दे मसंत सीहे ने गोली चलाई, गोली सतगुरु तेग बहादुर साहब जी दे मत्थे नूं छो करके लंघी, खून निकल आया। मां कमर कसा करके खलो गई। धीरमाल ये नहीं मरना, तेरा रहना कख नहीं। ध्यान देना। दूजा वचन अपने पल्ले दे नाल अपने पुत्र दे मत्थे तो खून पूजिया है मां ने ते नाल लै करके तुर पई है। कोई गिरा नहीं, कोई मन दे विच हौल नहीं, कोई घबराहट नहीं। इन्नी दलेरी वाली मां सी मां नानकी। समा बीतदा गया, समा इजाजत नहीं दिंदा मैं विस्तार वल जावां। कुछ घटनावां तुहाडे नाल साझीआं करना। गुरु पदवी ते प्रगट होने तो बाद सो सतगुरु पातशाह जी ने गुरु नानक देव पातशाह तो बाद जे उन्हां वांग ही प्रचार दौरा दूरी का कीता ते वो धन गुरु तेग बहादुर साहब जी ने कीता। बड़ी दूर तक धरती तक प्रचार करने वास्ते गए धन गुरु तेग बहादुर साहब जी ने। सो गुरु प्यार वाले बाबे बकाले को चाले पाए, चल करके श्री अमृतसर दर्शन करने वास्ते आए। उत्थे मसंदा का कब्जा सी जिवें अज भी। ध्यान देना गुरु प्यार वालिओ, गुरु तेग बहादुर साहब का अपना घर, पर मसंदा ने दरवाजे बंद करते, गुरु नूं अपने घर ही नहीं जाण दिता। डर पै गया जे गुरु साहब अंदर आ गए की पता सानू कोई पूछे। ध्यान देना गुरु प्यार वालिओ, पर धन गुरु तेग बहादुर साहब जी ने बाहरों ही मत्था टेकिया, सरोवर विच इशनान कीता है, सचखंड विच नहीं जाण दिता। ते उस वेले जिथे गुरुद्वारा खड़ा सा बनिया तुसीं दर्शन कीते होणगे। जदों आपां श्री अकाल तख्त साहिब दे दर्शन करके फिर गुरुद्वारा खड़ा साहिब दे दर्शन करते थल्ले घोड़ा भी बनया होया है। सो दरख्त भी अज मौजूद है मेरी, जिहदे थल्ले महाराज जी चौंकड़ा मार करके बैठे। तां गुरु प्यार वालिओ उत्थे शहर दीआं माईयां ने आके महाराज की सेवा की। जदों माईयां ने आकर के सेवा की तां सतगुरु पातशाह जी ने माईयां नूं वर दित्ता सी, माईयां रब रजाई, ऐसी बख्शिश की। उतों फिर वाले की संगत सतगुरां नूं अपने नाल लै करके वाले पिंड चले जाती है। वाले जाकर के गुरु प्यार वाले सतगुरां ने बख्शिशां कीतियां, बड़ी सेवा की उतों की संगत ने। मारे ने उतों तुरन लगे आख्या सी संगत जी वल्ला गुरु का कदम, ये बख्शिश उत्थे की। उतों महाराज जी अगे चलते हैं। मैं अपने इलाके की एक तुहानूं घटना सरवण करवावां। गुरु प्यार वाले धन गुरु तेग बहादुर साहब जी जदों गोइंदवाल साहब की धरती से आए तो गोइंदवाल साहब की धरती से
खेमकरण के रहने वाले भाई मूल चंद के पुत्र भाई रघुपत राय जी सतगुरां के चरणों में हाजिर होए। उत्थे सेवा की। भाई रघुपत राय ने बेनती की, सच्चे पातशाह मेरे पिंड में चरण पाओ। भाई रघुपत राय जी बेनती करन ते तां उस वेले धन गुरु तेग बहादुर साहब जी, माता गुजर कौर भी नाल सन, माता नानकी जी भी नाल सन। खेमकरण अपने इलाके में आए, जिथे गुरुद्वारा पातशाही नौवीं खेमकरण बनया होया, गुरु साहब पातशाही नौवीं जी कहा जाता है। उत्थे महाराज ने चरण पाए। उत्थे भाई रघुपत राय का घर होंदा सी। सो गुरु प्यार वालिओ, भाई रघुपत राय ने बड़ी सेवा की परिवार समेत। जदों महाराज ने उत्थों तुरन लगना ना, तो भाई रघुपत राय ने हाथ जोड़ के खलो जाना, महाराज होर एक दिन रहो। इस तरह रोज ही महाराज ने रोक लेना। 15 दिन भाई रघुपत राय का प्रेम करके सतगुरु जी खेमकरण रहे। जदों महाराज को तुरन लगे, भाई रघुपत राय ने एक घोड़ी भेटा की ते 500 चांदी के सिक्के महाराज को भेटा कीते सन। हुण उत्थे एक होर घटना भी वापरदी है, जिवें आपां पिंड भूरा कोना जिहड़ा संतां वाला भूरा करके भी जानते, ध्यान देने वाला बचन है। एक तो यह है, एक परले पासे पिंड भूरा है, जिन्होंने भूरा करीमपुरा कहा जाता है, नवे भूरे भी कहा जाता है। उस नगर के रहने वाले भाई भिंगाणा जी हुए सतगुरां दे सिख, वो भी उस वेले उत्थे सन। धन गुरु तेग बहादुर साहब नाल बड़ा प्यार सी, बड़ा प्रेम करते सन। ओदी अवस्था को देख करके धन गुरु तेग बहादुर साहब कहने लगे, भाई भिंगाणा जी मंगो जो इच्छा तुहाडी इच्छा पूरी करा। सिख की अनोखी मंग, इहो जी मंग कोई नहीं मंग सकता। दुध पुत आपां सारे मंगते हैं, धन दौलत मंगते हैं, बड़ा कुछ मंगते हैं, पर इहो जी मंग मंगनी ये भी मालक की वखरी खेड है। भाई भिंगाणे ने की मंगया? भाई भिंगाणा जी कहने लगे, महाराज मेरी इच्छा है कि जदों तुसीं शहीदी पाओ उस दिन मैं शरीर त्यागां। ध्यान देना गुरु प्यार वाल, एक तो इतों ये सिद्ध होंदा है वो बाबा भिंगाणा, भाई भिंगाणा ब्रह्म ज्ञानी है, जिन्होंने पहले पता कि गुरु साहब ने शहादत दी। दूजी गल मंग ये मंगी, महाराज तुहाडे तो बाद मैं संसार ते रहना नहीं चाहता, जिस दिन तुसीं शरीर त्यागो शहादत दिओ उस दिन ही मेरे शरीर का अंत होवे। सतगुरां ने उहदी भावना नूं देख करके वचन कीता, इसे तरह ही होएगा। इतिहास गवाए जदों 1675 दे विच मगर सुदी पंचमी वीरवार वाले दिन चांदनी चौक विखे धन गुरु तेग बहादुर साहब ने शहादत दी है ना, उसे दिन ही भाई भिंगाणे ने शरीर त्यागना। उसे दिन उसे टाइम पे अनोखी मंग भाई भिंगाणे ने मंगी ते सतगुरां ने नवाजना किया। होर एक दो घटनावां आप जी नूं सरवण करवावां। इतिहास नूं पढ़ने सतगुरु तेग बहादुर साहब जी भीखी गए। ये भीखी शहर गुरु प्यार वाले मानसे के लागे है, जिहड़ा मालवे दे विच मानसा बठिंडे तो थोड़ी दूर है। मानसा भीखी बरनाला, हुण भीखी पिंड जाते ने, अजकल वो बड़ा शहर बनया हुआ है। भीखी पिंड दे विच जदों गए, भीखी पिंड के लोग सतगुरां के चरणों में उत्थों का चौधरी जिहदा नाम सी देसू जां देस राज, वो भी सतगुरां के चरणों में आया। उन्हें गल में कुंडी जी पाई हुई है, हरिया का चोड़ा जा पाया हुआ। मारे खुदे देसू चौधरी आ की लिबास जा बनाई फिरदा। कहने लगा जी मैं सखी सरवर का लखां के दाते का चेला हूँ, ओदी मैं जगह बनाई है, ओदी सेवा करदा, ओदा दिता ही खाने हैं। मारे खुदे देसू चौधरी ओद एक आम बंदा सी, अपने चेलियां ते अपने मासी के पुत्तां हेठों मरिया हो, माड़े कर्म करके वो किसी को की दे सकता है? देने वाला तो वो वाहिगुरू सब कुछ। ओदे लड़ लगना कर सतगुरां दे बोलां दा, सतगुरां दे दर्शनां दा ऐसा प्रभाव पिया है, देसू चरनी ढह पिया। महाराज ने 5 तीर बख्शिश कीते ने, देसू ने कबर की पूजा छड़ दी है। 5 तीर बख्शे मारे कुंदी देसू चौधरी। जदों कोई विपता हुए, जदों कोई कारज अड़िया होवे, कोई भी इच्छा होवे, इन्हां 5 तीरां दे अगे अरदास करी
ਅਸੀਂ ਉਦੋਂ ਹਾਜ਼ਰ ਨਾਜ਼ਰ ਹੋਵਾਂਗੇ, ਤੇਰੇ ਸਾਰੇ ਕਾਰਜ ਕਰ, ਤੇਰੀਆਂ ਵਿਪਤਾਵਾਂ ਦੂਰ ਕਰ ਦੇਵਾਂਗੇ। ਪਰ ਇੱਕ ਗੱਲ ਯਾਦ ਰੱਖੀ, ਜੇ ਇਹਨਾਂ 5 ਤੀਰਾਂ ਦਾ ਨਰਾਦਰ ਕੀਤਾ ਨਾ ਤੇ ਫਿਰ ਤੇਰਾ ਰਹਿਣਾ ਵੀ ਕਰ ਦੇਗਾ। ਇਹ ਵੀ ਨਾਲ ਬਚਨ ਕਹਿ ਦਿੱਤਾ। ਹੁਣ ਸਤਿਗੁਰੂ ਜੀ ਚਲੇ ਗਏ, 2 ਦਿਨ ਲੰਘੇ ਤੇ ਦੇਸੂ ਚੌਧਰੀ ਬਿਮਾਰ ਹੋ ਗਿਆ। ਜਦੋਂ ਬਿਮਾਰ ਹੋ ਗਿਆ, ਲੋਕ ਗੱਲਾਂ ਕਰਦੇ, ਅੱਜ ਵੀ ਜਿਵੇਂ ਕਰਦੇ ਕਿ ਇਹਨੇ ਕਬਰ ਨੂੰ ਛੱਡਿਆ ਤਾਂ ਬਿਮਾਰ ਹੋ ਗਿਆ। ਅੱਜ ਵੀ ਕਹਿੰਦੇ ਤੇ ਜਿਹੜੇ ਕਬਰਾਂ ਨੂੰ ਮੰਨਣ ਵਾਲੇ ਉਹ ਸਾਰੇ ਸੁਖੀ। ਮੇਰੇ ਕੋਲ ਤੇ 50 ਕਰਕੇ ਹੁੰਦੇ ਆ ਕਿ ਬਾਬਾ ਜੀ ਅਸੀਂ ਮੰਨਦੇ ਵੀ ਆ ਤੇ ਤਾਂ ਵੀ ਸਾਨੂੰ ਤੰਗ ਕਰਦੇ ਨਹੀਂ। ਗੁਰੂ ਪਿਆਰ ਵਾਲਿਓ, ਸੋ ਉਸ ਵੇਲੇ ਦੇਸੂ ਚੌਧਰੀ ਬਿਮਾਰ ਹੋ ਗਿਆ ਤੇ ਘਰ ਵਾਲੀ ਨੇ ਆਖਿਆ ਤੂੰ ਪੀਰਾਂ ਦੀ ਮੰਨਤਾ ਛੱਡੀ ਤੇ ਤਾਂ ਬਿਮਾਰ ਹੋ ਗਿਆ। ਇਹ ਭੰਗ ਪੈ ਗਿਆ, ਆਖਿਆ ਤੂੰ ਪਖੰਡੀਆਂ ਦੀ ਮਗਰ ਲੱਗ ਗਿਆ। ਗੁਰੂ ਸਾਹਿਬ ਬਾਰੇ ਨੇ ਸ਼ਬਦ ਵਰਤਿਆ, 5 ਤੀਰ ਜਿਹੜੇ ਗੁਰੂ ਨੇ ਬਖਸ਼ੇ ਸੀ। ਦੇਸੂ ਵੀ ਡੋਲ ਗਿਆ, ਫਿਰ ਕਬਰ ਦੀ ਪੂਜਾ ਕਰਨ ਲੱਗ ਪਿਆ। ਤਾਂ ਉਸ ਵੇਲੇ ਗੁਰੂ ਪਿਆਰ ਵਾਲਿਓ, ਸੋ ਇਹਦੀ ਘਰ ਵਾਲੀ ਨੇ 5 ਤੀਰ ਤੋੜ ਕਰਕੇ ਪੈਰਾਂ ਤੇ ਮਸਲੇ। ਨਰਾਦਰ ਕੀਤਾ ਗੁਰੂ ਕੇ ਤੀਰਾਂ ਦਾ। ਮਹਾਰਾਜ ਨੂੰ ਜਦੋਂ ਪਤਾ ਲੱਗਾ, ਮਹਾਰਾਜ ਨੇ ਬਚਨ ਵਿਚਾਰੇ ਅੱਜ ਵੀ ਇਤਿਹਾਸ ਵਿੱਚ ਦਰਜ ਨੇ। ਮਹਾਰਾਜ ਨੇ ਕਿਹਾ ਮਾਨੀ ਮਿੱਤ ਨਹੀਂ ਤੇ ਲਾਲਚੀ ਸਿੱਖ ਨਹੀਂ। ਇਹ ਸ਼ਬਦ ਵਰਤੇ, ਕਹਿੰਦੇ ਹੰਕਾਰੀ ਮਿੱਤਰ ਨਹੀਂ ਹੋ ਸਕਦਾ ਤੇ ਲਾਲਚੀ ਬੰਦਾ ਸਿੱਖ ਨਹੀਂ ਹੋ ਸਕਦਾ। ਦੇਸੂ ਤੂੰ ਇਹਨਾਂ ਤੀਰਾਂ ਦਾ ਨਰਾਦਰ ਕੀਤਾ ਹੈ, ਹੁਣ ਤੇਰੀ ਅੰਸ਼ ਬਖਸ਼ ਨਹੀਂ ਲੱਭੇਗਾ। ਦੇਸੂ ਬਚਿਆ ਨਹੀਂ, ਦੇਸੂ ਚੌਧਰੀ ਦੀ ਮੌਤ ਹੋਈ। ਦੇਸੂ ਚੌਧਰੀ ਦਾ ਮੁੰਡਾ ਗੈਂਡਾ ਰਾਏ ਚੌਧਰੀ ਬਣਿਆ, ਉਹ ਵੀ ਲੜਾਈ ਵਿੱਚ ਮਾਰਿਆ ਗਿਆ। ਗੈਂਡਾ ਰਾਏ ਦੇ ਪੁੱਤਰ ਨੂੰ ਸ਼ਰੀਕਾਂ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਤੇ ਦੇਸੂ ਦੀ ਅੰਸ਼ ਬਖਸ਼ ਦਿੱਤੀ। ਅੱਜ ਵੀ ਭਿੱਖੀ ਜਾਓ ਤਾਂ ਭਿੱਖੀ ਵਿਖੇ ਇਹ ਸਤਿਗੁਰਾਂ ਦਾ ਪਾਵਨ ਸਥਾਨ ਬਣਿਆ, ਉੱਥੇ ਇਤਿਹਾਸ ਲਿਖਿਆ। ਧਿਆਨ ਦੇਣ ਵਾਲਾ ਬਚਨ ਹੈ, ਬਚਨ ਤੇ ਬੜੇ ਨੇ ਸੁਣਾਉਣ ਵਾਲੇ ਪਰ ਸਮਾਂ ਨਹੀਂ। ਗੁਰੂ ਕੇ ਕੀਰਤਨੀਏ ਪਹੁੰਚ ਚੁੱਕੇ ਨੇ, ਮੈਂ ਫਿਰ ਵੀ 5 ਮਿੰਟ ਲਾਏ ਜਾਣੇ, ਸੋ ਉਹਨਾਂ ਨੂੰ ਬੇਨਤੀ ਕਰ ਲਵਾਂਗਾ ਤੇ ਅੱਜ ਮੈਨੂੰ ਇੰਨੀ ਕੁ ਛੋੜ ਦੇ। ਧਿਆਨ ਦੇਣ ਵਾਲਾ ਬਚਨ ਹੈ, ਵੱਧ ਨਹੀਂ ਲੱਗਦਾ। ਸੋ ਗੁਰੂ ਪਿਆਰ ਵਾਲਿਓ, ਸਤਿਗੁਰੂ ਪਾਤਸ਼ਾਹ ਜੀ ਉੱਥੇ ਰਹਿਮਤਾਂ ਵਰਤਾਈਆਂ ਨੇ। ਮਹਾਰਾਜ ਪਟਿਆਲੇ ਦੇ ਨੇੜੇ ਪਿੰਡ ਆਕੜ, ਉੱਥੇ ਚੱਲ ਕੇ ਜਾਂਦੇ ਨੇ। ਉੱਥੇ ਨਿੰਮ ਦਾ ਦਰਖਤ ਹੈ, ਜਿਹੜੇ ਪਾਸੇ ਬੈਠਦੇ ਨੇ ਉਸ ਪਾਸੇ ਨਿੰਮ ਵੀ ਮਿੱਠੀ ਹੁੰਦੀ। ਐਸੀ ਗੁਰੂ ਦੇ ਦਰਸ਼ਨਾਂ ਦੀ ਤਸਵੀਰ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਬਚਨਾਂ ਦੀ ਗੱਲ ਕਰੀਏ ਤੇ ਸਤਿਗੁਰੂ ਪਾਤਸ਼ਾਹ ਜਦੋਂ ਪੂਰਬ ਦੀ ਯਾਤਰਾ ਕਰਦੇ ਨੇ, ਸਸਰਾਮ ਪਿੰਡ ਵਿੱਚ ਜਾਂਦੇ ਨੇ। ਉੱਥੇ ਫੱਗੂਮੱਲ ਸਤਿਗੁਰਾਂ ਦਾ ਸੇਵਕ ਹੈ, ਸੇਵਾਦਾਰ ਹੈ, ਜਿਹੜਾ ਪਿੰਡਾਂ ਵਿੱਚ ਗ੍ਰਾਹੀ ਕਰਦਾ ਹੈ ਸਿੱਖਾਂ ਦੇ ਕੋਲੋਂ ਤੇ ਮਹਾਰਾਜ ਦੇ ਕੋਲ ਭੇਜਦਾ ਹੈ। ਗੁਰੂ ਪਿਆਰ ਵਾਲਿਓ, ਬੜਾ ਪਿਆਰ ਹੈ ਗੁਰੂ ਸਾਹਿਬ ਦੇ ਨਾਲ। ਇਹਨੇ ਬੜਾ ਖੁੱਲਾ ਵਿਹੜਾ ਬਣਾਇਆ, ਇੱਕ ਵੱਡਾ ਸਾਰਾ ਦਰਵਾਜ਼ਾ ਬਣਾਇਆ। ਪਿੰਡ ਵਾਲੀ ਐਡਾ ਉੱਚਾ ਦਰਵਾਜ਼ਾ ਕਿਉਂ ਬਣਾਇਆ? ਕਹਿਣ ਲੱਗਾ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਦੋਂ ਆਉਣਾ ਨਾ, ਉਹਨਾਂ ਨੂੰ ਘੋੜੇ ਤੋਂ ਉਤਰ ਕੇ ਨਾ ਆਉਣਾ ਪਵੇ, ਘੋੜੇ ਤੇ ਚੜੇ ਚੜਾਈ ਮੇਰੇ ਘਰ ਆਉਣੇ, ਇਸ ਕਰਕੇ ਮੈਂ ਦਰਵਾਜ਼ਾ ਵੱਡਾ ਬਣਾਇਆ। ਆਖਿਆ ਉਹ ਤੇ ਬੜੇ ਦੂਰ ਨੇ, ਪੰਜਾਬ ਇਹ ਤੋਂ ਬੜੀ ਦੂਰ ਹੈ। ਭਾਈ ਫੱਗੂ ਕਹਿਣ ਲੱਗਾ ਗੁਰੂ ਵਾਸਤੇ ਕੋਈ ਦੂਰੀ ਮਾਇਨੇ ਨਹੀਂ ਰੱਖਦੀ, ਗੁਰੂ ਦੇ ਹੱਥਾਂ ਹਾਜ਼ਰ ਨਾਜ਼ਰ ਹੈ। ਉਹਦੀ ਭਾਵਨਾ ਨੂੰ ਦੇਖ ਕਰਕੇ ਸਤਿਗੁਰੂ ਪਾਤਸ਼ਾਹ ਉਹਦੇ ਘਰ ਗਏ ਤੇ ਘੋੜੇ ਤੇ ਚੜੇ ਚੜਾਈ ਅੰਦਰ ਗਏ। ਸਤਿਗੁਰਾਂ ਦੇ ਨਾਲ ਬੜੀ ਸੰਗਤ, ਵਿਹੜਾ ਭਰ ਗਿਆ। ਭਾਈ ਫੱਗੂ ਨੂੰ ਮਹਾਰਾਜ ਕਿਹਾ ਕਰਦੇ ਸੀ ਚਾਚਾ ਫੱਗੂ, ਪਿਆਰ ਨਾਲ ਉਹਨੂੰ ਚਾਚਾ ਸ਼ਬਦ ਵੀ ਵਰਤਦੇ ਸੀ, ਇਸ ਕਰਕੇ ਉਹਦਾ ਨਾਮ ਇਤਿਹਾਸ ਵਿੱਚ ਚਾਚਾ ਫੱਗੂ ਕਰਕੇ ਮਸ਼ਹੂਰ ਹੋ ਗਿਆ। ਸੋ ਮਹਾਰਾਜ ਕਹਿੰਦੇ ਚਾਚਾ ਫੱਗੂ, ਇੱਛਾ ਪੂਰੀ ਹੋ ਗਈ ਨਾ, ਅਸੀਂ ਘੋੜੇ ਤੇ ਚੜੇ ਚੜਾਏ ਆ ਗਏ ਨਾ ਤੇਰੇ ਘਰ ਵਿੱਚ, ਵੇਖ ਤੇਰਾ ਵਿਹੜਾ ਵੀ ਸੰਗਤ ਨਾਲ ਭਰ ਗਿਆ ਨਾ, ਇੱਛਾ ਪੂਰੀ ਹੋ ਗਈ। ਝਾਤੀ ਚਰਨਾਂ ਤੇ ਟਹਿ ਪਿਆ। ਮਹਾਰਾਜ ਤੇ ਤੁਹਾਡੀਆਂ ਹੀ ਬਰਕਤਾਂ ਨੇ, ਤੁਹਾਡੀਆਂ ਰਹਿਮਤਾਂ ਨੇ। ਪਲੰਘਾ ਵਿਛਾਇਆ, ਮਹਾਰਾਜ ਨੂੰ ਪਲੰਘੇ ਤੇ ਬਿਠਾਇਆ, ਸੇਵਾ ਕੀਤੀ, ਕਾਰ ਭੇਟਾ ਲਿਆ ਕਰਕੇ ਸਤਿਗੁਰਾਂ ਦੇ ਚਰਨਾਂ ਵਿੱਚ ਭੇਟ ਕਰ ਦਿੱਤੀ। ਮਹਾਰਾਜ ਕਹਿੰਦੇ ਭਾਈ ਫੱਗੂ ਕੋਈ ਚੀਜ਼ ਰਹਿ ਗਈ ਹੈ? ਕਹਿਣ ਲੱਗਾ ਨਹੀਂ ਮਹਾਰਾਜ ਸਭ ਕੁਝ ਭੇਟਾ ਕਰ ਦਿੱਤਾ। ਮਹਾਰਾਜ ਕਹਿੰਦੇ ਨਹੀਂ, ਸਾਡੀ ਅਜੇ ਅਮਾਨਤ ਰਹਿ ਗਈ ਹੈ। ਕਹਿਣ ਲੱਗਾ ਮਹਾਰਾਜ ਹੋ ਸਕਦਾ ਮੈਂ ਭੁੱਲ ਗਿਆ ਹੋਵਾਂ, ਤੁਸੀਂ ਚੇਤਾ ਕਰਵਾ ਦਿਓ। ਉਹਦੇ ਘਰ ਵਿੱਚ ਬੇਰੀ ਸੀ, ਜਿਹਨੂੰ ਬੇਰ ਲੱਗੇ ਹੋਏ। ਮਹਾਰਾਜ ਨੇ ਬੇਰੀ ਵੱਲ ਇਸ਼ਾਰਾ ਕੀਤਾ। ਕਹਿਣ ਲੱਗਾ ਹਾਂ ਮਹਾਰਾਜ ਚੇਤਾ ਆ ਗਿਆ, ਇੱਕ ਵਸਤੂ ਰਹਿ ਗਈ ਹੈ। ਮਹਾਰਾਜ ਇਹ ਬੇਰੀ ਪਤਾ ਕਿਹੜੀ ਹੈ? ਮਹਾਰਾਜ ਮੈਂ ਕਿਸੇ ਦੇ ਘਰ ਸੇਵਾ ਲੈਣ ਵਾਸਤੇ ਗਿਆ, ਬੀਬੀ ਝਾੜੂ ਫੇਰ ਰਹੀ ਸੀ, ਮੈਂ ਆਖਿਆ ਭੈਣੇ ਸੇਵਾ ਪਾ ਦੇ।
ਤਾਂ ਉਹ ਕਹਿਣ ਲੱਗੀ ਕਿ ਮੇਰਾ ਘਰ ਵਾਲਾ ਘਰੇ ਨਹੀਂ ਗਾ ਤੇ ਨਾ ਹੀ ਉਹ ਕੁਝ ਕਮਾਉਂਦਾ, ਇਸ ਕਰਕੇ ਸੇਵਾ ਹੈ ਨਹੀਂ, ਮੈਂ ਦੇਵਾਂ ਕਿੱਥੋਂ। ਮੈਂ ਆਖਿਆ ਭੈਣੇ ਖਾਲੀ ਨਹੀਂ ਮੋੜੀ, ਜੋ ਵੀ ਸੇਵਾ ਪਾ ਦੇ। ਤੇ ਮਹਾਰਾਜ ਉਹਨੇ ਗੁੱਸੇ 'ਚ ਆ ਕਰਕੇ ਉਹ ਕੂੜੇ ਦਾ ਬੁੱਕ ਭਰ ਕੇ ਮੇਰੀ ਝੋਲੀ 'ਚ ਪਾ। ਮੈਂ 7 ਵਚਨ ਕਹਿ ਕਰਕੇ ਉਹ ਕੂੜਾ ਹੀ ਲੈ ਲਿਆ। ਮਹਾਰਾਜ ਘਰੇ ਲਿਆ ਕੇ ਮੈਂ ਕੂੜਾ ਖੋਲਿਆ ਤੇ ਉਹਦੇ ਵਿੱਚੋਂ ਇੱਕ ਗਿਣਕ ਨਿਕਲੀ ਬੇੜੀ ਦੀ। ਮਹਾਰਾਜ ਆਪ ਬੀਜ ਦਿੱਤੀ ਆ, ਇਹ ਬੇੜੀ ਉਹੀ ਆ, ਇਹ ਉਹਨਾਂ ਦੀ ਸੇਵਾ ਤੇ ਇਹਦੇ ਬੇਰ ਮੈਂ ਤੁਹਾਨੂੰ ਛਕਾ। ਬੇਰ ਛਕਾਏ ਮਹਾਰਾਜ ਖੁਸ਼ ਹੋਏ, ਕਹਿਣ ਲੱਗੇ ਭਾਈ ਫੱਗੂ ਤੂੰ ਧੰਨ ਹੈ ਜਿੰਨੇ ਕੂੜੇ ਦੇ ਵਿੱਚੋਂ ਵੀ ਬੜਾ ਕੁਝ ਲੱਭ ਲਿਆ। ਕਈਆਂ ਨੂੰ ਚੰਗਿਆਈਆਂ ਤੋਂ ਕੁਝ ਨਹੀਂ ਲੱਭਦਾ, ਕਈ ਕੂੜੇ 'ਚੋਂ ਵੀ ਸਭ ਕੁਝ ਲੱਭ ਲਿਆ। ਇਹ ਸਾਡੀ ਬਿਰਤੀ ਹੁੰਦੀ ਹੈ, ਜਿਨ੍ਹਾਂ ਦੀ ਚੰਗੀ ਬਿਰਤੀ ਹੈ ਨਾ ਉਹ ਕੂੜੇ 'ਚ ਵੀ ਲੱਭ ਲੈਂਦੇ, ਜਿਨ੍ਹਾਂ ਦੀ ਮੰਦੀ ਬਿਰਤੀ ਹੈ ਉਹ ਚੰਗੇ 'ਚ ਵੀ ਮਾੜਾ ਹੀ ਲੱਭਣਗੇ। ਜੇ ਕਿਸੇ ਨੂੰ ਵੇਖ ਲਓ ਕਹਿ ਕੇ ਅੰਮ੍ਰਿਤ ਛਕ ਲਾ ਤੇ ਉਹਨੇ ਕਦੇ ਕਹਿਣਾ ਵੇਖੇ ਅੰਮ੍ਰਿਤਧਾਰੀ ਫਲਾਨਾ ਇੱਦਾਂ ਕਰਦਾ ਫਲਾਨਾ, ਉਹਨੂੰ ਚੰਗੇ 'ਚ ਵੀ ਮਾੜਾ ਦਿਸਣਾ, ਮਾੜਾ ਵੇਖਣਾ ਉਹਨੂੰ ਭਾਈ ਮਣੀ ਸਿੰਘ ਨਹੀਂ ਦਿਸਣਾ, ਉਹਨੂੰ ਭਾਈ ਤਾਰੂ ਸਿੰਘ ਨਹੀਂ ਦਿਸਣਾ। ਧਿਆਨ ਦੇਣਾ ਗੁਰੂ ਪਿਆਰ ਵਾਲਿਓ, ਮਹਾਰਾਜ ਨੇ ਨਿਹਾਲ ਕੀਤਾ ਚਾਚੇ ਫੱਗੂ ਨੂੰ। ਹੁਣ ਵਿਹੜੇ ਵਿੱਚ ਸੰਗਤ ਬੈਠੀ, ਮਹਾਰਾਜ ਨੇ ਬੇਨਤੀ ਕੀਤੀ ਉਪਦੇਸ਼ ਬਖਸ਼ੋ। ਤਾਂ ਇਤਿਹਾਸਕਾਰ ਲਿਖਦੇ ਨੇ ਜੈਜਾਵੰਤੀ ਰਾਗ ਸਤਿਗੁਰਾਂ ਨੇ ਉੱਥੇ ਉਚਾਰਨ ਕੀਤਾ। ਉੱਥੇ ਜੈਜਾਵੰਤੀ ਰਾਗ ਦਾ ਪਹਿਲਾ ਸ਼ਬਦ ਉਚਾਰਿਆ ਰਾਮ ਸਿਮਰ, ਰਾਮ ਸਿਮਰ ਇਹ ਹੈ ਤੇਰਾ ਕਾਜ ਹੈ, ਮਾਇਆ ਸੰਗ ਤਿਆਗ ਪ੍ਰਭ ਜੋ ਕੀ ਸਰਨ ਲਾਗ। ਤੇ ਅਗਲਾ ਬਚਨ ਹੈ ਮਾਇਆ ਕੋ ਮਾਨ ਮਿਥਿਆ ਝੂਠੋ ਸਭ ਸਾਧ ਹੈ, ਇਹ ਸਭ ਕੁਝ ਝੂਠਾ ਹੀ ਹੈ। ਉੱਥੇ ਪਾਤਸ਼ਾਹ ਨੇ ਇਹ ਉਪਦੇਸ਼ ਉਚਾਰ ਕਰਕੇ ਨਿਹਾਲ ਕਰਨਾ ਕੀਤਾ। ਐਸੀ ਰਹਿਮਤ ਸਤਿਗੁਰਾਂ ਨੇ ਵਰਤਾਉਣਾ ਕੀਤੀ। ਜਿੱਥੇ ਜਿੱਥੇ ਮਹਾਰਾਜ ਜਾਂਦੇ, ਜੇ ਢਾਕੇ ਵਿੱਚ ਗਏ ਉੱਥੇ ਭਾਈ ਨੱਥਾ ਜੀ ਸਤਿਗੁਰਾਂ ਦੇ ਸੇਵਕ ਜਿਹੜੇ ਗੁਰੂ ਹਰਿਰਾਏ ਸਾਹਿਬ ਤੋਂ ਲੈ ਕੇ ਸੇਵਕੀ ਨਿਭਾਉਂਦੇ ਪਏ। ਸੋ ਭਾਈ ਨੱਥਾ ਜੀ ਦਾ ਸੁਭਾਅ ਬੜਾ ਗਰਮ ਸੀ, ਗਾਲਾਂ ਵੀ ਕੱਢ ਦਿੰਦੇ ਸਨ। ਜਦੋਂ ਮਹਾਰਾਜ ਉੱਥੇ ਗਏ ਨਾ ਤੇ ਸੰਗਤ ਨੇ ਬੇਨਤੀ ਕੀਤੀ ਮਹਾਰਾਜ ਇਹ ਭਾਈ ਨੱਥੇ ਨੂੰ ਤੁਸੀਂ ਸਮਝਾਓ, ਇਹ ਗਾਲਾਂ ਵੀ ਕੱਢ ਦਿੰਦਾ ਹੈ। ਮਹਾਰਾਜ ਨੇ ਭਾਈ ਨੱਥੇ ਨੂੰ ਬੁਲਾ ਲਿਆ ਆਪਣੇ ਕੋਲ। ਭਾਈ ਨੱਥਾ ਜੀ ਤੁਹਾਡੀ ਸ਼ਿਕਾਇਤ ਕੀਤੀ ਸੰਗਤ ਨੇ ਵੀ ਤੂੰ ਗਾਲਾਂ ਕੱਢਦਾ ਹੈ। ਉਹਨੇ ਮੋਟੀ ਜੀ ਗਾਲ ਕੱਢ ਕੇ ਕਹਿਣ ਲੱਗਾ ਮਹਾਰਾਜ ਮੈਂ ਤਾਂ ਕਦੀ ਗਾਲ ਕੱਢੀ ਨਹੀਂ। ਮਹਾਰਾਜ ਹੱਸ ਪਏ। ਮਹਾਰਾਜ ਕਹਿੰਦੇ ਸੰਗਤ ਜੀ ਇਹ ਕੋਈ ਜਾਣ ਬੁੱਝ ਕੇ ਗਾਲ ਵੀ ਕੱਢਦਾ ਤਾਂ ਸੁਭਾਅ ਹੀ ਹੈ, ਮੂੰਹ ਤੇ ਚੜਿਆ ਹੋਇਆ ਬਦਨ ਹੈ, ਇਹਦਾ ਤਕੀਆ ਕਲਾਮ ਬਣ ਗਿਆ, ਇਹਦਾ ਕਿਸੇ ਨਾਲ ਵੈਰ ਨਹੀਂ ਗਾ। ਸੋ ਇਹਦੀਆਂ ਗਾਲਾਂ ਵੀ ਬਖਸ਼ਿਸ਼ਾਂ ਸਮਝੋ, ਇਹਦਾ ਗੁੱਸਾ ਨਾ ਕਰਿਓ, ਇਹਦੇ ਮੂੰਹ ਤੇ ਚੜੇ ਹੋਏ ਬੋਲ ਹੈ, ਕਿਸੇ ਨੂੰ ਗਾਲ ਨਹੀਂ ਕਰਨੀ, ਇਹਦਾ ਅੰਦਰ ਦੀ ਮਾੜਾ। ਸੋ ਜਿਵੇਂ ਮਹਾਰਾਜ ਗੁਰੂ ਰਾਮਦਾਸ ਜੀ ਲਿਖਦੇ ਨੇ ਜਿਨ ਅੰਤਰ ਹਰ ਹਰ ਪ੍ਰੀਤ ਹੈ ਤੇ ਜਨ ਸੁਗੜ ਸਿਆਣੇ ਰਾਮ ਰਾਜੇ, ਜੇ ਬਾਹਰੋਂ ਭੁੱਲ ਚੁੱਕ ਬੋਲਦੇ ਪੀ ਖਰੇ ਹਰ ਭਾਣੇ। ਜੇ ਕਿਤੇ ਬਾਹਰੋਂ ਭੁੱਲ ਚੁੱਕ ਬੋਲ ਵੀ ਦੇਣਾ ਰੱਬ ਦੇ ਪਿਆਰੇ, ਅੰਦਰੋਂ ਤਾਂ ਉਹਦੇ ਭਾਣੇ ਵਿੱਚ ਖਰੇ ਹੁੰਦੇ। ਸੋ ਧਿਆਨ ਦੇਣਾ, ਉਹਨੂੰ ਨਿਵਾਦਨਾ ਕੀਤਾ, ਇੱਕੋ ਘਟਨਾ ਕਹਿ ਕੇ ਸਮਾਪਤੀ ਕਰ। ਧਿਆਨ ਦੇਣ ਵਾਲਾ ਬਚਨ ਹੈ ਗੁਰੂ ਪਿਆਰ ਵਾਲਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਸਿੱਖ ਹੋਇਆ ਭਾਈ ਗੁਰੂ। ਇਹ ਬੜਾ ਜਰਨੈਲ ਸੀ, ਬੜਾ ਯੋਧਾ ਸੀ। ਇਹਨੇ ਜੰਗਾਂ ਦੇ ਵਿੱਚ ਬੜੇ ਜੌਹਰ ਦਿਖਾਏ। ਇਹਦਾ ਪਿੰਡ ਸੀ ਗੰਢੂਆ, ਸੰਗਰੂਰ ਜ਼ਿਲ੍ਹੇ ਦੇ ਵਿੱਚ ਸੁਨਾਮ ਪੈਂਦਾ ਹੈ, ਜਿੱਥੋਂ ਦੇ ਭਾਈ ਊਧਮ ਸਿੰਘ ਸੁਨਾਮ ਹੋਏ। ਸੁਨਾਮ ਦੇ ਨੇੜੇ ਪਿੰਡ ਹੈ ਗੰਢੂਆ। ਗੰਢੂਆ ਪਿੰਡ 'ਚ ਮੈਂ ਕਈ ਵਾਰ ਕਥਾ ਰੱਖਿਆ ਉੱਥੇ ਗੁਰਦੁਆਰਾ ਨਵੇਂ ਪਾਤਸ਼ਾਹ ਦਾ ਬਣਿਆ ਹੋਇਆ। ਸੋ ਗੁਰੂ ਪਿਆਰਵਾਲ ਭਾਈ ਮੁਗਲੂ ਦਾ ਪਿੰਡ ਸੀ। ਮਹਾਰਾਜ ਇਹਦੇ ਜੰਗ ਤੇ ਬੜੇ ਖੁਸ਼ ਹੋਏ, ਇਹਦੀ ਬਹਾਦਰੀ ਤੇ ਖੁਸ਼ ਹੋਏ ਤੇ ਕਹਿੰਦੇ ਭਾਈ ਮੁਗਲੂ ਮੰਗ ਜੋ ਮੰਗੇਗਾ ਉਹ ਮਿਲ ਜਾਵੇਗਾ। ਤੇ ਭਾਈ ਮੁਗਲੂ ਨੇ ਮੰਗਿਆ ਮਹਾਰਾਜ ਮੇਰੀ ਇੱਛਾ ਹੈ ਕਿ ਜਦੋਂ ਮੇਰਾ ਅੰਤਲਾ ਸਮਾਂ ਹੋਵੇ ਨਾ ਉਦੋਂ ਤੁਸੀਂ ਮੇਰੇ ਕੋਲ ਹੋ, ਮੈਂ ਤੁਹਾਡੇ ਚਰਨਾਂ 'ਚ ਸਰੀਰ ਤਿਆਗਣਾ ਚਾਹੁੰਦਾ ਜਿਵੇਂ ਬਾਬੇ ਬੁੱਢੇ ਨੇ ਮੰਗਿਆ ਸੀ। ਧਿਆਨ ਦੇਣਾ ਮਹਾਰਾਜ ਕਹਿੰਦੇ ਭਾਈ ਮੁਗਲੂ ਤੇਰੀ ਉਮਰ ਬੜੀ ਲੰਮੀ ਆ, ਹੋਵਾਂਗੇ ਅਸੀਂ ਤੇਰੇ ਕੋਲ, ਪਰ ਜਾਮਾ ਇਹ ਨਹੀਂ ਹੋਵੇਗਾ, ਸਾਡਾ ਜਾਮਾ ਉਦੋਂ ਨੌਵਾਂ ਹੋਵੇਗਾ, ਨੌਵੇਂ ਜਾਮੇ ਤੇ ਤੇਰੇ ਕੋਲ ਹੋਵਾਂਗੇ। ਹੁਣ ਭਾਈ ਮੁਗਲੂ ਨੇ ਜਦੋਂ ਸਰੀਰ ਤਿਆਗਣਾ ਸੀ ਸਤਿਗੁਰਾਂ ਨੂੰ ਚੇਤੇ ਕੀਤਾ ਤੇ ਵਿਸ਼ੇਸ਼ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮੁਗਲੂ ਦੇ ਘਰ ਵਿੱਚ ਜਾਂਦੇ ਨੇ ਉਹਦੀ ਭਾਵਨਾ ਪੂਰੀ ਕਰਨ ਵਾਸਤੇ। ਜਦੋਂ ਭਾਈ ਮੁਗਲੂ ਦੇਖਦਾ ਹੈ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਵਿੱਚ ਉਹਨੂੰ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੁੰਦੇ। ਝਾੜੀ ਚਰਨਾਂ ਦੇ ਟਹਿ ਪੈਂਦਾ ਹੈ। ਆਖਿਆ ਮਹਾਰਾਜ ਕਿਰਪਾ ਕਰ ਦਿੱਤੀ। ਇੱਕ ਵਾਰ ਮੱਥਾ ਟੇਕਿਆ, ਜਦੋਂ ਦੂਜੀ ਵਾਰ ਮੱਥਾ ਟੇਕਿਆ ਸਿਰ ਨਹੀਂ ਚੁੱਕਿਆ, ਉੱਥੇ ਸਰੀਰ ਤਿਆਗ ਦਿੱਤਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਭਾਈ ਮੁਗਲੂ ਦਾ ਆਪਣੇ ਹੱਥੀਂ ਅੰਤਿਮ ਸੰਸਕਾਰ ਕੀਤਾ।
ਅੱਜ ਭਾਈ ਗੁਰੂ ਦਾ ਘਰ ਗੁਰੂ ਘਰ ਬਣ ਗਿਆ। ਅੱਜ ਉੱਥੇ ਸਰੋਵਰ ਵੀ ਬਣਿਆ ਹੋਇਆ, ਉੱਥੇ ਪਾਵਨ ਅਸਥਾਨ ਵੀ ਬਣਿਆ ਹੋਇਆ। ਇਉਂ ਨਿਵਾਜਣਾ ਕੀਤਾ। ਐਸੇ ਨੇ ਧੰਨ ਗੁਰੂ ਤੇਗ ਬਹਾਦਰ। ਗੁਣ ਦਾ ਫੁੱਲ ਵੀ ਬੜੇ ਨੇ, ਇਤਿਹਾਸ ਦੇ ਉਹਨਾਂ ਦਾ ਫੁੱਲ ਵੀ ਬੜਾ ਹੈ। ਪਰ ਸਮੇਂ ਦੀ ਇਜਾਜ਼ਤ ਮਿਲ ਕੇ ਮੈਂ ਅੱਗੇ ਨਹੀਂ ਜਾਣਾ ਚਾਹੁੰਦਾ। ਐਸੇ ਮਹਾਨ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਦਾ ਅੱਜ ਆਪਾਂ 400 ਸਾਲਾ ਪ੍ਰਕਾਸ਼ ਪੁਰਬ ਦਿਹਾੜਾ ਮਨਾ ਰਹੇ ਹਾਂ। ਸਮੁੱਚੀਆਂ ਸੰਗਤਾਂ ਨੂੰ ਸਤਿਗੁਰਾਂ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਅਖੀਰਲਾ ਕਥਨ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਜਿਹੜਾ ਲਿਖਿਆ ਹੈ, ਜਿੱਥੇ ਉਹਨਾਂ ਨੇ ਸਮੁੱਚੀ ਉਮਰ ਪਰਉਪਕਾਰ ਵਾਸਤੇ ਲਾਈ ਹੈ, ਉੱਥੇ ਉਹਨਾਂ ਨੇ ਸ਼ਰਦ ਆਇਆਂ ਦੀ ਰੱਖਿਆ ਕਰਦਿਆਂ ਹੋਇਆ ਆਪਣਾ ਸੀਸ ਤੱਕ ਕੁਰਬਾਨ ਕਰ ਦੇਣਾ ਕੀਤਾ ਹੈ। ਮਹਾਨ ਕੁਰਬਾਨੀ ਦੇਣਾ ਕੀਤੀ ਹੈ ਕਿ ਗੁਰੂ ਪਿਆਰ ਵਾਲਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਥਾਈ ਲਿਖਦੇ ਨੇ, ਤੇਗ ਬਹਾਦਰ ਸਿਮਰਿਆ ਘਰ ਨਾਉ ਕਿਤੇ ਆਵੈ, ਢਾਈ ਸਭ ਥਾਈ ਹੋਏ ਸਹਾਈ। ਇਹਦਾ ਅਰਥ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਮਰਨ ਕਰਨ ਦੇ ਨਾਲ ਘਰ ਵਿੱਚ ਨਾਉ ਦਾ ਨਾਉ, ਨਿੱਧ ਦਾ ਅਰਥ ਖਜ਼ਾਨੇ, ਨਾਉ ਪ੍ਰਕਾਰ ਦੇ ਖਜ਼ਾਨੇ, ਢਾਈ ਦਾ ਅਰਥ ਦੌੜਨਾ, ਦੌੜ ਕਰਕੇ ਉਸ ਘਰ ਵਿੱਚ ਆ ਜਾਂਦੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ। ਕੋਈ ਕਹਿੰਦੇ ਕਰਦਾ ਕੇਵਲ ਖਜ਼ਾਨੇ ਨਹੀਂ ਆਉਂਦੇ, ਹਰ ਇੱਕ ਦੇ ਸਭ ਥਾਈ ਹੋਏ ਸਹਾਏ। ਸਾਰਿਆਂ ਕੰਮਾਂ ਦੇ ਸਹਾਇਤਾ ਆ ਕਰਕੇ ਸਾਨੂੰ ਤੇਗ ਬਹਾਦਰ ਸਿੰਘ ਕਰਦੇ ਨੇ। ਸਤਿਗੁਰੂ ਦੀ ਕਿਰਪਾ ਕਰਨ, ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਗੁਰਮਤਿ ਦਾ ਪ੍ਰਕਾਸ਼ ਕਰਨ, ਮਨ ਦਾ ਵਿਕਾਸ ਕਰਨ, ਸੰਤ ਸੇਵਾ ਸਿਮਰਨ, ਬਾਣੀ ਬਾਣੇ ਨਾਲ ਸਤ ਸੰਗਤ ਦੇ ਨਾਲ ਪਿਆਰ ਬਖਸ਼ਣ। ਅਰਦਾਸ ਬੇਨਤੀ ਹੈ, ਇਤਨੀ ਸੇਵਾ ਪ੍ਰਵਾਨ ਕਰਿਓ। ਆਓ ਹੁਣ ਸਮਾਂ ਗੁਰਬਾਣੀ ਕੀਰਤਨ ਦਾ, ਗੁਰੂ ਦੀ ਬਾਣੀ ਦਾ ਕੀਰਤਨ ਸਰਵਣ ਕਰੀਏ। ਵੈਸੇ ਅੱਜ ਵਿਸ਼ੇਸ਼ ਦਿਹਾੜਾ ਹੈ, ਮੈਂ ਕੀਰਤਨੀਆਂ ਨੂੰ ਬੇਨਤੀ ਕਰਾਂਗਾ ਸਮਾਂ ਥੋੜ੍ਹਾ ਜਿਹਾ ਵੱਧ ਲਾਇਓ, ਕਿ ਜਦੋਂ ਦਿਨ ਵਿਸ਼ੇਸ਼ ਹੋਵੇ ਉਦੋਂ ਦਿਨ ਸਮਾਂ ਵੀ ਥੋੜ੍ਹਾ ਜਿਹਾ ਵਿਸ਼ੇਸ਼ ਕੰਮ ਹੋਣਾ ਚਾਹੀਦਾ ਹੈ। ਇਹ ਗੱਲ ਵੀ ਅੱਜ ਥੋੜ੍ਹੀ ਜਿਹੀ ਸਮਾਪਤੀ ਲੇਟ ਹੋ ਜਾਊਗੀ, ਕਿਉਂਕਿ ਅੱਜ ਦਾ ਦਿਨ ਜਿਹੜਾ ਵਿਸ਼ੇਸ਼ ਹੈ ਕਿ 400 ਸਾਲਾਂ ਤੋਂ ਮਨਾ ਰਹੇ ਹਾਂ। ਆਓ ਗੁਰਬਾਣੀ ਕੀਰਤਨ ਸਰਵਣ ਕਰਕੇ ਬੋਲ ਆਹਾ ਪ੍ਰਾਪਤ ਕਰੀਏ। ਇਤਨੀ ਸੇਵਾ ਪ੍ਰਵਾਨ ਕਰਿਓ। ਗੁਰਨਾਮ ਦੀ ਕਿਰਪਾ ਬਖਸ਼ਿਓ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ